कि तुम्हारे पाँव के नीचे कोई ज़मीन नहीं, कमाल ये है कि फिर भी तुझे यकीन नहीं। ज़मीन सारी खुस चुकी है, लेकिन जिवें हड्डियां चुक चुक के बोलते ने, ना कोई मलाल है ना कोई शर्म है। वो इन्ना मूर्ख समझते सी पंजाब के लोगों नूं, पंजाब के किसानां नूं। मूर्खता तां वो अपनी दा इजहार कर रहे सी, उन्हां नूं यही नहीं पता कि जिहड़ा ऑर्डीनेंस है ਉਹਦੀ कानूनी महत्ता की हुंदी है। ऑर्डीनेंस जिहड़ा हैगा वो गजट ऑफ इंडिया च बाकायदा नोटिफाई हुंदा है कि कोई 5वीं या 4थी जमात के बच्चे की फट्टी नहीं है कि गलत अखर लिख के असीं साफ करके फिर दोबारा लिख देंगे। पंजाब की जिहड़ी करसानी है वो बुनियादी तौर पर सिख करसानी है, और हुण साडी बैकबोन तोड़न दे वास्ते ये बड़ी वड्डी जथेबंदक साजिश के तहत ये तिन्ने जिहड़े बिल ने, जिहड़े हुण एक्ट बन गए, ये लिआंदे गए। ये किसान नूं इन्नी बुरी तरह हुण गुलाम बनाउणगे कि वो जिहड़ा उहदे च स्वैमान सी ना उहनूं तोड़ देणगे। जिहड़ी ईस्ट इंडिया कंपनी हिंदुस्तान च आई सी, इस तरह ये कारपोरेट हाउस जिहड़े ने वो पंजाब च जगह जगह तुहानूं दिखणगे। जिथे स्टेजां ते बोल रहे ने हरसिमरत बादल जां सुखबीर बादल बोल रहे ने, तुसीं इहनूं की समझदे हो कि मजीठिया किधर गए? भैन ज़्यादा बोलदी है, भरा जिहड़ा बहुता बोलदा सी वो अजकल खामोश है। बिल्कुल, जदों बोलण दा समा सी, गल करन दा, उदों खामोश हो गया। वो ये खामोशी भी मुजरमाना है। ਇਹਦਾ जवाब भी सुखबीर सिंह बादल या हरसिमरत कौर बादल देणगे। सत श्री अकाल जी, टीवी पंजाब ਲਈ मैं दवी दविंदर कौर। ਅੱਜ ਸ਼ਹੀਦਾਂ ਦੇ ਸਿਰਮੌਰ ਸਾਡੇ ਸਰਦਾਰ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਹੈ ਅਤੇ ਪੂਰਾ ਪੰਜਾਬ ਵੀ ਸੜਕਾਂ ਤੇ ਹੈ। ਕਿਸਾਨ, ਮਜ਼ਦੂਰ, ਨੌਜਵਾਨ ਅਤੇ ਹੋਰ ਵਰਗ ਹੌਲੀ ਹੌਲੀ ਉਹਨਾਂ ਦੇ ਨਾਲ ਉੱਠ ਕੇ ਆ ਰਹੇ ਨੇ। ਦਿੱਲੀ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਹੈ, ਪਰ ਸਾਡੇ ਸਿਆਸਤਦਾਨ ਬਹੁਤਾ ਕੁਝ ਵਿਚਾਰ ਨਹੀਂ ਰਹੇ, ਉਹ ਸਿਰਫ ਇਹ ਵੋਟਾਂ ਗਿਣ ਰਹੇ ਨੇ। ਤੇ ਇਸ ਵੇਲੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਜੋ ਕਿਸੇ ਵੇਲੇ ਸਿਰਮੌਰ ਪਾਰਟੀ ਸੀ, ਜਿਸ ਦਾ ਬੜਾ ਸ਼ਾਨਾ ਮੱਤਾ ਇਤਿਹਾਸ ਸੀ, ਉਹਨੂੰ ਕੇਂਦਰ ਵਿੱਚ ਸੱਤਾਧਾਰੀ ਬੀਜੇਪੀ ਨਾਲੋਂ, ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਵਿਛੋੜਾ ਕਰਨਾ ਪੈ ਗਿਆ ਹੈ। ਤੇ ਕੁਝ ਦਿਨ ਪਹਿਲਾਂ ਹੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਮੁੱਦਿਆਂ ਤੇ ਤੋੜ ਵਿਛੋੜਾ ਹੋਇਆ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਉਹ ਲੋਕ ਪੱਖੀ, ਕਿਸਾਨ ਪੱਖੀ ਗਰਦਾਨ ਰਹੇ ਸਨ, ਤੇ ਹੁਣ ਉਹ ਕਹਿ ਰਹੇ ਨੇ ਕਿ ਸਾਨੂੰ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ। ਕਿਸਾਨ ਮੁੱਦਿਆਂ ਤੇ ਖੇਤੀ ਆਰਡੀਨੈਂਸ ਜੋ ਲਿਆਂਦੇ ਗਏ ਸੀ, ਜੋ ਹੁਣ ਉਹ ਕਾਨੂੰਨ ਬਣ ਚੁੱਕੇ ਨੇ, ਰਾਸ਼ਟਰਪਤੀ ਉਹਨਾਂ ਤੇ ਸਹੀ ਪਾ ਚੁੱਕੇ ਨੇ, ਤੇ ਹੁਣ ਉਹਨਾਂ ਨੇ ਤੋੜ ਵਿਛੋੜਾ ਕੀਤਾ ਹੈ। ਅਜੀਬ ਕਿਸਮ ਦੀ ਸਿਆਸਤ ਹੋ ਗਈ ਹੈ, ਅਜੀਬ ਕਿਸਮ ਦਾ ਕੜਮਾਸ ਮੱਚਿਆ ਹੋਇਆ, ਤੇ ਹੁਣ ਉਹ ਪੰਜਾਬ ਵਿੱਚ ਆ ਕੇ ਹੋਰ ਤਰ੍ਹਾਂ ਦੇ ਦਾਅਵੇ ਵਾਅਦੇ ਕਰ ਰਹੇ ਨੇ। ਤੇ ਇਸ ਸਾਰੀ ਕੜਮਾਸ ਨੂੰ ਲੈ ਕੇ, ਇਸ ਹਿਲਜੁਲ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਵੀਰ ਦਵਿੰਦਰ ਸਿੰਘ ਹੋਰਾਂ ਨਾਲ। ਵੀਰ ਦਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਵੀਰ ਦਵਿੰਦਰ ਸਿੰਘ ਜੀ, ਇਸ ਵੇਲੇ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਹਾਲ ਦੀ ਘੜੀ ਤੋੜ ਵਿਛੋੜਾ, ਜੋ ਹਾਲ ਦੀ ਘੜੀ ਹੀ ਜਾਪਦਾ ਹੈ, ਮੈਂ ਮਿੱਥ ਕੇ ਇਹ ਸ਼ਬਦ ਵਰਤ ਰਹੀ ਹਾਂ ਕਿ ਹਾਲ ਦੀ ਘੜੀ ਜੋ ਤੋੜ ਵਿਛੋੜਾ ਕੀਤਾ ਹੈ, ਤੇ ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਕੀ ਤਬਦੀਲੀ ਆਵੇਗੀ? ਅਰਜ਼ੇ ਹੈ ਜੀ ਭਈ ਇਹ ਜਿਹੜਾ ਤੋੜ ਵਿਛੇੜਾ ਹੈ ਜੀ, ਇਹਦਾ ਆਪਣੇ ਤੌਰ ਤੇ ਰਾਜਨੀਤਿਕ ਹਲਕਿਆਂ ਵਿੱਚ ਕੋਈ ਬਹੁਤ ਵੱਡਾ ਮਹੱਤਵ ਨਹੀਂ ਹੈ। ਜੀ ਜੀ, ਜਿਹੜੇ ਲੋਕ ਬਾਰੀਕੀ ਨਾਲ ਰਾਜਨੀਤੀ ਨੂੰ ਵੇਖਦੇ ਨੇ ਜੀ, ਔਰ ਬਿਟਵੀਨ ਦਾ ਲਾਈਨਸ ਨੂੰ ਪੜ੍ਹਨ ਦੀ ਸਮਝ ਰੱਖਦੇ ਨੇ, ਸੂਝ ਰੱਖਦੇ ਨੇ, ਜੀ ਜੀ, ਉਹਨਾਂ ਨੂੰ ਇਹ ਪਤਾ ਕਿ ਇਹ ਤੋੜ ਵਿਛੋੜਾ ਤੇ ਬਹੁਤ ਦੇਰ ਦਾ ਹੋਇਆ ਹੈ। ਬਿਲਕੁਲ, ਕਿਉਂਕਿ ਇਹ ਜਿਹੜੀ ਸਰਕਾਰ ਹੈਗੀ ਹੈ, ਇਹਦੇ 'ਚ ਅਕਾਲੀ ਦਲ ਦਾ ਕੋਈ ਰੋਲ ਨਹੀਂ ਹੈ। ਯਾਨੀ ਕਿ ਇਹ ਧੱਕੇ ਨਾਲ ਜੁੜੇ ਹੋਏ ਸੀ ਉਹਨਾਂ ਨਾਲ। ਇਸ ਤੋਂ ਪਹਿਲਾਂ ਦੀ ਸਰਕਾਰ ਵਿੱਚ ਵੀ ਕੋਈ ਰੋਲ ਨਹੀਂ ਸੀ ਜੀ। ਇੱਕ ਤਾਂ ਮੈਂ ਇਹ ਸਾਫ਼ ਕਰਨਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਗਠਬੰਧਨ ਸੀ ਉਹਦਾ ਕੋਈ ਆਧਾਰ ਹੈ ਹੀ ਨਹੀਂ ਸੀ। ਜਿਹੜੇ ਪਾਰਟੀਆਂ ਦੇ ਗਠਬੰਧਨ ਹੁੰਦੇ ਨੇ ਉਹਦੇ 'ਚ ਨੀਤੀਗਤ ਫੈਸਲੇ ਹੁੰਦੇ ਨੇ, ਨੀਤੀ ਨਿਰਧਾਰਨ ਹੁੰਦਾ ਹੈ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਇੱਕ ਰੀਜਨਲ ਪਾਰਟੀ ਹੈ ਜੀ, ਔਰ ਪੁਰਾਣੇ ਸਮੇਂ ਵਿੱਚ ਇਹ ਸਿੱਖਾਂ ਦੀ ਪ੍ਰਤੀਨਿਧ ਜਥੇਬੰਦੀ ਜੀ ਬਿਲਕੁਲ ਅਖਵਾਉਣ ਦਾ ਮਾਣ ਰੱਖਦੀ ਸੀ। ਦਾਅਵਾ ਤਾਂ ਹੁਣ ਵੀ ਇਹੀ ਕਰਦੇ ਜੀ, ਜੋ ਕਿ ਹੁਣ ਨਹੀਂ ਹੈ। ਔਰ ਮੈਂ
ਕੱਲ ਸਾਰੇ ਰਿਕਾਰਡ 'ਚ ਖੰਗਾਲ ਰਿਹਾ ਸੀ ਜੀ ਜੀ ਵੀ ਜੇ ਕਿਤੇ ਮੈਨੂੰ ਇਹਨਾਂ ਦਾ ਕੋਈ ਐਸਾ ਪੱਤਰ ਮਿਲ ਜੇ ਜਿਹੜਾ ਜਦੋਂ ਅਕਾਲੀ ਦਲ ਬੀਜੇਪੀ ਜਾਂ ਅਕਾਲੀ ਦਲ ਜਨ ਸੰਘ ਦਾ ਆਪਸ ਵਿੱਚ ਗਠਬੰਧਨ ਹੋਇਆ ਉਦੋਂ ਕੋਈ ਨੀਤੀ ਪੱਤਰ ਜਾਰੀ ਕੀਤਾ ਹਾਂਜੀ ਤੁਸੀਂ ਹੈਰਾਨ ਹੋਗੇ ਕਿ ਕੋਈ ਨੀਤੀ ਪੱਤਰ ਜਿਹੜਾ ਹੈਗਾ ਉਹ ਮੇਰੇ ਪਾਸ ਤਾਂ ਉਪਲਬਧ ਨਹੀਂ ਹੈ ਜੀ ਜੀ ਔਰ ਇਹ ਬੜੀ ਮਿਹਰਬਾਨੀ ਹੋਏਗੀ ਕਿ ਇਹ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਇਸ ਗਠਬੰਧਨ ਨੂੰ ਤੋੜਨ ਦਾ ਲਾਹਾ ਲੈ ਰਹੇ ਨੇ ਲੋਕਾਂ ਪਾਸੋਂ ਇਹ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਦੱਸਣ ਔਰ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਦੱਸਣ ਕਿ ਇਹ ਗਠਬੰਧਨ ਹੈ ਕੀ ਸੀ ਇਸ ਗਠਬੰਧਨ ਦਾ ਆਧਾਰ ਕੀ ਸੀ ਇਹਦੀਆਂ ਧਾਰਾਵਾਂ ਕੀ ਸਨ ਇਹਦੇ ਵਿੱਚ ਪੰਜਾਬੀ ਲਈ ਇਹਨਾਂ ਨੇ ਕੀ ਤੈਅ ਕੀਤਾ ਸੀ ਸੂਬੇ ਲਈ ਕੀ ਤੈਅ ਕੀਤਾ ਸੀ ਪੰਜਾਬ ਲਈ ਕੀ ਤੈਅ ਹੋਇਆ ਸੀ ਸਿੱਖਾਂ ਲਈ ਕਿਹੜੇ ਪ੍ਰੋਗਰਾਮ ਲਕੀਰੇ ਗਏ ਸੀ ਘੱਟ ਗਿਣਤੀਆਂ ਲਈ ਕਿਹੜੇ ਪ੍ਰੋਗਰਾਮ ਲਕੀਰੇ ਗਏ ਸੀ ਇਹ ਸਾਰੀਆਂ ਚੀਜ਼ਾਂ ਹੁਣ ਉਹਨਾਂ ਨੂੰ ਵਾਅਦਾ ਕਰਨੀਆਂ ਪੈਣੀਆਂ ਤੇ ਜੇ ਇਹ ਗਠਬੰਧਨ ਸਿਰਫ ਜੇ ਤੁਸੀਂ ਕਦੇ ਨਾਭੇ ਗਏ ਹੋ ਨਾ ਤੇ ਪਹਿਲਾਂ ਨਾਭੇ ਤੋਂ ਜਿਹੜੀ ਅਮਲੋਹ ਨੂੰ ਸੜਕ ਜਾਂਦੀ ਹੈ ਉੱਥੇ ਇੱਕ ਲੱਕੜ ਦਾ ਪੁਲ ਸੀ ਔਰ ਉਹਦੇ ਤੇ ਲਿਖਿਆ ਹੁੰਦਾ ਸੀ ਰੋਟੀ ਦਾ ਡੰਗ ਟਪਾਊ ਪੁਲ ਬਈ ਸੰਭਲ ਕੇ ਲੰਘੋ ਬਈ ਇਹ ਡੰਗ ਟਪਾਊ ਹੈ ਇਹ ਜਿਹੜਾ ਗਠਬੰਧਨ ਸੀ ਇਹ ਡੰਗ ਟਪਾਊ ਸੀ ਇਹ ਸਿਰਫ ਸੱਤਾ 'ਚ ਭਾਗੇਦਾਰੀ ਦਾ ਇਹਨਾਂ ਦਾ ਸਮਝੌਤਾ ਸੀ ਸਿਧਾਂਤਹੀਨ ਸਮਝੌਤਾ ਸੀ ਨਹੀਂ ਪਰ ਇਹ ਹੈ ਤਾਂ ਬਹੁਤ ਪੁਰਾਣਾ ਤੁਰਿਆ ਆਉਂਦਾ ਹੈ ਜੀ ਕਿਉਂਕਿ ਸੱਤਾ 'ਚ ਭਾਗੇਦਾਰੀ ਮਿਲਦੀ ਰਹਿੰਦੀ ਸੀ ਉਹ ਕੁਝ ਵਜ਼ੀਰੀਆਂ ਇੱਥੇ ਲੈ ਲੈਂਦੇ ਸੀ ਤੇ ਇਹ ਉੱਥੇ ਲੈ ਲੈਂਦੇ ਸੀ ਬਾਕੀ ਵਪਾਰ ਚੱਲਦਾ ਸੀ ਦਿੱਲੀ ਦੇ ਬਲਬੋਤੇ ਤੇ ਵਪਾਰ ਵੀ ਕਰਦੇ ਸੀ ਕਿਉਂਕਿ ਜਦ ਤੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਆਪਣੇ ਨਿੱਜੀ ਵਪਾਰ ਲਈ ਵਰਤਿਆ ਸਰਕਾਰ ਨੂੰ ਵੀ ਵਪਾਰ ਲਈ ਵਰਤਿਆ ਅਕਾਲੀ ਦਲ ਨੂੰ ਵੀ ਵਪਾਰ ਲਈ ਵਰਤਿਆ ਤੇ ਇਹ ਜਿਹੜੇ ਵਪਾਰਕ ਸਮਝੌਤੇ ਹੁੰਦੇ ਨੇ ਇਹ ਬਹੁਤੀ ਦੇਰ ਫਿਰ ਚੱਲਦੇ ਨਹੀਂ ਕਿਉਂਕਿ ਇਹ ਆਰਥਿਕ ਲਾਹਿਆਂ ਤੇ ਜਦੋਂ ਆਧਾਰ ਬਣ ਜਾਣ ਨਾ ਤੇ ਜਦੋਂ ਕੋਈ ਪਾਰਟੀ ਦੇਖਦੀ ਹੈ ਵੀ ਹੁਣ ਸਾਨੂੰ ਘਾਟੇ ਦਾ ਸੌਦਾ ਤੇ ਫਿਰ ਉਹ ਉਸ ਨੂੰ ਤੋੜ ਦਿੰਦੇ ਨੇ ਜਾਨੀ ਕਿ ਜਿਹੜਾ ਹੁਣ ਇਹ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਹਾਂ ਜਾਂ ਲੋਕਾਂ ਦੇ ਝੁਕਾਅ ਦੇਖਦੇ ਹਾਂ ਅਸੀਂ ਲੋਕਾਂ ਦਾ ਫੈਸਲਾ ਸਿਰ ਮੱਥੇ ਰੱਖਿਆ ਹੈ ਤੇ ਹਰਸਿਮਰਤ ਬਾਦਲ ਅਸਤੀਫਾ ਦੇਣ ਤੋਂ ਪਹਿਲਾਂ ਪੂਰਾ ਅਕਾਲੀ ਦਲ ਹੀ ਇਹ ਸਮਝਾਉਣ ਤੇ ਲੱਗਿਆ ਹੋਇਆ ਸੀ ਕਿਸਾਨਾਂ ਨੂੰ ਕਿ ਜਿਹੜੇ ਖੇਤੀ ਆਰਡੀਨੈਂਸ ਜੋ ਬਿੱਲ ਬਣ ਗਏ ਬਿੱਲ ਦਾ ਰੂਪ ਵੀ ਲੈ ਗਏ ਸਨ ਕਿ ਇਹ ਤਾਂ ਕਿਸਾਨਾਂ ਦੇ ਹਿੱਤ ਵਿੱਚ ਨੇ ਤੇ ਹੁਣ ਉਹ ਇੱਕਦਮ ਯੂ ਟਰਨ ਵੀ ਲੈਣਾ ਚਾਹੁੰਦੇ ਨੇ ਕਿ ਜੋ ਲੋਕ ਸੜਕਾਂ ਤੇ ਨੇ ਇਸ ਵੇਲੇ ਅੰਦੋਲਨ ਕਰ ਰਹੇ ਨੇ ਕਿ ਇਹਨਾਂ ਨੂੰ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ ਇਹ ਸਾਡੇ ਹਿੱਤ ਵਿੱਚ ਨਹੀਂ ਹਨ ਤੇ ਕੀ ਉਹ ਲੋਕਾਂ ਨੂੰ ਇਹ ਸਮਝਾ ਸਕਣਗੇ ਜਾਂ ਕਿ ਲਾਹਾ ਲੈ ਸਕਣਗੇ ਸਿਆਸੀ ਆਪਣੇ ਜੋ ਵੀ ਕੀਤਾ ਇਹਨਾਂ ਨੇ ਹੁਣ ਅਰਜ਼ੇ ਹੈ ਵੀ ਲੋਕ ਤਾਂ ਇਸ ਗੱਲ ਤੇ ਵੀ ਇਤਵਾਰ ਨਹੀਂ ਕਰ ਰਹੇ ਕਿ ਇਹ ਜਿਹੜਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਜਿਹੜਾ ਹੈਗਾ ਉਹ ਸੱਚਮੁੱਚ ਅਸਤੀਫਾ ਹੈ ਜਾਂ ਇਹ ਵੀ ਇੱਕ ਵਨ ਐਕਟ ਪਲੇ ਹੈ ਕਿਉਂਕਿ ਜਦੋਂ ਆਰਡੀਨੈਂਸ ਆਏ ਨੇ ਇੱਕ ਤਾਂ ਮੈਂ ਇਹ ਵੀ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਦੋਂ ਆਰਡੀਨੈਂਸ 5 ਜੂਨ ਨੂੰ ਆਏ ਨੇ 5 ਜੂਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਇਹਨਾਂ ਦੇ ਸਾਰੇ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੇ ਦਲਜੀਤ ਸਿੰਘ ਚੀਮਾ ਵਿੱਚੇ ਚੰਦੂ ਮਾਜਰਾ ਵਿੱਚੇ ਭੁੰਦੜ ਸਾਰੇ ਬਿਲਕੁਲ ਉਹ ਅੱਡੀਆਂ ਚੁੱਕ ਕੇ ਇਹ ਵਕਾਲਤ ਕਰ ਰਹੇ ਸੀ ਕਿ ਇਸ ਤੋਂ ਬਿਹਤਰ ਆਰਡੀਨੈਂਸ ਔਰ ਕਿਸਾਨਾਂ ਦੇ ਭਲੇ ਦੀ ਕੋਈ ਗੱਲ ਹੋ ਨਹੀਂ ਸਕਦੀ ਉਹ ਕਹਿੰਦੇ ਕਿਸਾਨ ਬਿਲਕੁਲ ਆਜ਼ਾਦ ਹੋ ਗਿਆ ਔਰ ਉਹਨਾਂ ਨੇ ਕਿਹਾ ਉਹ ਵਾਰ-ਵਾਰ ਇਹ ਕਹਿੰਦੇ ਸੀ ਵੀ ਕੋਈ ਇਹੀ ਜੀ ਸਤਰ ਦੱਸੋ ਜਿਹੜੀ ਕਿਸਾਨਾਂ ਦੇ ਉਲਟਾ ਮੈਨੂੰ ਦੱਸੋ ਮੈਂ ਜਾ ਕੇ ਬਦਲਾ ਦਿੰਦਾ ਯਾਨੀ ਉਹ ਇੰਨਾ ਮੂਰਖ ਸਮਝਦੇ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮੂਰਖਤਾ ਤਾਂ ਉਹ ਆਪਣੀ ਦਾ ਇਜ਼ਹਾਰ ਕਰ ਰਹੇ ਸੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਆਰਡੀਨੈਂਸ ਹੈ ਉਹਦੀ ਕਾਨੂੰਨੀ ਮਹੱਤਤਾ ਕੀ ਹੁੰਦੀ ਹੈ ਆਰਡੀਨੈਂਸ ਜਿਹੜਾ ਹੈਗਾ ਉਹ ਗੈਜਟ ਆਫ ਇੰਡੀਆ 'ਚ ਬਾਕਾਇਦਾ ਨੋਟੀਫਾਈ ਹੁੰਦਾ ਹੈ ਔਰ ਉਹੀਓ ਕਾਨੂੰਨ ਬਣਿਆ ਜੋ ਆਰਡੀਨੈਂਸ ਸੀ ਉਹਦੇ 'ਚ ਇੱਕ ਵੀ ਸਤਰ ਨਹੀਂ ਬਦਲੀ ਗਈ ਤਿੰਨੇ ਆਰਡੀਨੈਂਸ ਐਜ਼ ਇਟ ਬਿੱਲ ਬਣੇ ਬਿੱਲ ਤੋਂ ਬਾਅਦ ਕਾਨੂੰਨ ਬਣ ਗਏ
ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਦਾਂ ਨਹੀਂ ਸਤਰ, ਇਹ ਕੋਈ 5ਵੀਂ ਜਾਂ 4ਥੀ ਜਮਾਤ ਦੇ ਬੱਚੇ ਦੀ ਫੱਟੀ ਨਹੀਂ ਹੈ ਕਿ ਗਲਤ ਅੱਖਰ ਲਿਖ ਕੇ ਅਸੀਂ ਸਾਫ਼ ਕਰਕੇ ਫਿਰ ਦੁਬਾਰਾ ਲਿਖ ਦਾਂਗੇ। ਬਟ ਹੀ ਹੈਜ਼ ਬੀਨ ਟੈਲਿੰਗ ਕਿ ਤੁਸੀਂ ਦੱਸੋ ਮੈਨੂੰ ਜਿਹੜੀ ਕੌਮ ਹੈ ਜਾ ਕੇ ਉੱਥੇ ਬਦਲ ਦੇਣਾ। ਜੇ ਨਹੀਂ, ਉਹ ਉਸ ਵੇਲੇ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਸੀ। ਫਿਰ ਇਹ ਕਹਿ ਰਹੇ ਸੀ ਸਾਨੂੰ ਇਹਨਾਂ ਨੇ ਦਿਖਾਇਆ ਨਹੀਂ। ਫਿਰ ਇਹ ਖੇਤੀ ਮੰਤਰੀ ਦੀ ਚਿੱਠੀ ਵੀ ਦਿਖਾਉਂਦੇ ਨੇ ਸੁਖਬੀਰ ਬਾਦਲ। ਜੇ ਤੁਹਾਨੂੰ ਦਿਖਾਇਆ ਨਹੀਂ ਹੈ ਤੇ ਫਿਰ ਤੁਸੀਂ ਕੈਬਨਿਟ 'ਚ ਕਿਵੇਂ ਬੈਠੇ ਸੀ? ਜੇ ਕੈਬਨਿਟ ਮਿਨਿਸਟਰ ਨੇ ਵੇਖਿਆ ਹੀ ਨਹੀਂ ਹੈ ਫਿਰ ਵੋਟ ਕਿਵੇਂ ਦੇ ਦਿੱਤੀ? ਜੇ ਤੁਸੀਂ ਦੇਖਿਆ ਔਰ ਪੜ੍ਹਿਆ ਨਹੀਂ ਹੈ ਫਿਰ ਤੁਸੀਂ ਉਹਦੀ ਵਕਾਲਤ ਕਿਉਂ ਕੀਤੀ? ਜੇ ਤੁਹਾਨੂੰ ਸਮਝ ਨਹੀਂ ਆਇਆ ਫਿਰ ਤੁਹਾਨੂੰ ਲੀਡ ਕਰਨ ਦਾ ਕੀ ਹੱਕ ਆ ਪੰਜਾਬ ਨੂੰ? ਜੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਗਿਆ। ਦੇਖੋ 5 ਜੂਨ ਤੋਂ ਲੈ ਕੇ ਇਹ 23 ਸਤੰਬਰ ਤੱਕ ਇਹ ਉਹਦੀ ਵਕਾਲਤ ਕਰਦੇ ਰਹੇ। ਚਿੱਠੀ ਲੈ ਕੇ ਆਏ, ਇੱਥੇ ਨਰਿੰਦਰ ਤੋਮਰ ਨੂੰ ਲੈ ਕੇ ਆਏ, ਉਹਦੀ ਪ੍ਰੈਸ ਕਾਨਫਰੰਸ ਕਾਈ, ਕਿਉਂ ਚਿੱਠੀ ਲਹਿਰਾ ਕੇ ਦਿਖਾਉਂਦੇ ਰਹੇ ਪਿਆ ਆ ਗਈ ਚਿੱਠੀ। ਉਹਨਾਂ ਨੂੰ ਇਹ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਨੂੰ ਵੀ ਚਿੱਠੀ ਹੁੰਦੀ ਹੈ। ਗਵਰਨਮੈਂਟ ਦੀ ਗਜ਼ਟ ਨੋਟੀਫਿਕੇਸ਼ਨ ਔਰ ਆਰਡੀਨੈਂਸ, ਉਹ ਜਿਹੜੇ ਸਟੈਚੂਟਸ ਨੇ ਉਹਦਾ ਇੱਕ ਕਨਸਟੀਟਿਊਸ਼ਨਲ ਉਹਦਾ ਇੱਕ ਰੁਤਬਾ ਹੁੰਦਾ ਹੈ। ਤੇ ਚਿੱਠੀ ਕਹਿਣ ਜੀ ਚਿੱਠੀ ਆ ਗਈ, ਚਿੱਠੀ 'ਚ ਸਭ ਕੁਝ ਹੈ, ਇਹ ਚੱਲੇਗਾ ਸਾਰਾ ਕੁਝ, MSP ਵੀ ਮਿਲੇਗੀ, ਸਭ ਕੁਝ ਹੋਏਗਾ। ਕਿਸਾਨ ਜਿਹੜੇ ਨੇ ਜਾਂ ਦੂਜੀਆਂ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹਨਾਂ ਨੇ ਉਹ ਬਾਦਲ ਸਾਹਿਬ ਨੂੰ ਵੀ ਬੁੱਢੇ ਬਾਰੇ ਉਹਨਾਂ ਤੋਂ ਵੀ ਬਿਆਨ ਦਵਾਤਾ। ਉਹਨਾਂ ਨੇ ਵੀ ਕਹਿ ਦਿੱਤਾ ਵੀ ਭਾਈ ਗੁੰਮਰਾਹ ਨਾ ਹੋ, ਇਹ ਬੜੇ ਸੋਹਣੇ ਆਰਡੀਨੈਂਸ ਨੇ। ਤਾਂ ਹੁਣ ਕੀ ਹੋਇਆ ਅਚਨਚੇਤ, ਜਿਹੜਾ ਇਹਨਾਂ ਨੇ ਮਤਲਬ ਇਹ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਉਹਦੇ ਵੀ ਦੂਸਰੇ ਦਿਨ ਇਹਨਾਂ ਨੂੰ ਇਲਹਾਮ ਹੋਇਆ ਜਦੋਂ ਇੰਟਰੋਡਕਟਰੀ ਸਟੇਜ ਟੱਪ ਗਈ। when all the 3 bills were introduced in parliament, ਉਸ ਦਿਨ ਇਹਨਾਂ ਨੂੰ ਉਦੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਐਂਟੀ ਫਾਰਮਰਸ ਨੇ। ਸਡਨਲੀ ਇਹ ਪਤਾ ਲੱਗਿਆ ਜਾਂ ਉਹਨਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਤੇ ਅਕਾਲੀ ਦਲ ਦੇਖੋ ਇਹ ਬੜਾ ਲੋਕਾਂ ਨੇ ਪਿੰਡਾਂ 'ਚ ਵੜਨੋਂ ਰੋਕਤਾ ਲੀਡਰਾਂ ਨੂੰ। ਇਹ ਭੇਦ ਬਣਿਆ ਹੋਇਆ। ਜਾਂ ਤਾਂ ਇਹ ਹੈ ਕਿ ਇੰਟੈਲੀਜੈਂਸ ਦੀਆਂ ਰਿਪੋਰਟਸ ਗਈਆਂ ਭਾਰਤ ਸਰਕਾਰ ਕੋਲ ਕਿ ਪੰਜਾਬ ਤੁਹਾਡੇ ਪ੍ਰਭਾਵ 'ਚੋਂ ਨਿਕਲ ਗਿਆ, ਪੰਜਾਬ ਵਿੱਚ ਬਹੁਤ ਵੱਡੀ ਬਗਾਵਤ ਹੋ ਗਈ। ਪੰਜਾਬ ਹਰਿਆਣਾ 'ਚ ਵੀ ਜੀ ਨਹੀਂ, ਮੈਂ ਪੰਜਾਬ ਦੀ ਗੱਲ ਕਰ ਰਿਹਾ। ਭੂਗੋਲਿਕ ਤੌਰ ਤੇ ਜੀਓਪੋਲੀਟੀਕਲ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੀ, ਕਿਉਂਕਿ ਅਸੀਂ ਕਸ਼ਮੀਰ ਦੇ ਨਾਲ ਲੱਗਦੇ ਹਾਂ, ਕਸ਼ਮੀਰ ਨਕਸ਼ੇ 'ਚ ਸਾਡੇ ਨਾਲ ਹੈ, ਲੇਕਿਨ ਕਸ਼ਮੀਰ ਦੇ ਲੋਕ ਆਪਣੇ ਆਪ ਨੂੰ ਗੁਲਾਮ ਸਮਝਦੇ ਨੇ। ਇਹਨਾਂ ਨੇ ਉਹਨਾਂ ਨੂੰ ਮਨ ਜਿੱਤਣ ਦੀ ਬਜਾਏ ਸਗੋਂ ਉਹਨਾਂ ਦੇ ਜ਼ਖਮ ਜਿਹੜੇ ਸੀ ਉਹਨਾਂ ਤੇ ਹੋਰ ਛਿੱਲਿਆ ਉਹਨਾਂ ਨੂੰ ਰੌਂਦਿਆ। ਔਰ ਜਿਹੜੇ ਆਪਣੇ ਅਧਿਕਾਰ ਮੰਗਦੇ ਸੀ ਉਹਨਾਂ ਦੀ ਸਟੇਟ ਤੋੜਤੀ, ਉਹਨੂੰ ਯੂਨੀਅਨ ਟੈਰੀਟਰੀ ਬਣਾਤਾ, ਉਹਨੂੰ ਟੋਟੇ ਕਰਤਾ। ਉਸ ਤੋਂ ਬਾਅਦ ਉੱਥੇ ਉਹਨਾਂ ਨੇ ਦੇ ਟੌਟ ਏ ਲੈਸਨ ਟੂ ਏ ਮਿਨੋਰਿਟੀ, ਮੁਸਲਿਮ ਮਿਨੋਰਿਟੀ ਨੂੰ ਇੱਕ ਸਬਕ ਸਿਖਾਇਆ। ਹੁਣ ਪੰਜਾਬ ਵੱਲ ਆ ਗਏ। ਪੰਜਾਬ ਦੀ ਜਿਹੜੀ ਕਰਸਾਣੀ ਹੈ ਉਹ ਬੁਨਿਆਦੀ ਤੌਰ ਤੇ ਸਿੱਖ ਕਰਸਾਣੀ ਹੈ। ਔਰ ਹੁਣ ਸਾਡੀ ਬੈਕਬੋਨ ਤੋੜਨ ਦੇ ਵਾਸਤੇ ਇਹ ਬੜੀ ਵੱਡੀ ਜਥੇਬੰਦਕ ਸਾਜ਼ਿਸ਼ ਦੇ ਤਹਿਤ ਇਹ ਤਿੰਨੇ ਜਿਹੜੇ ਬਿੱਲ ਨੇ, ਜਿਹੜੇ ਹੁਣ ਐਕਟ ਬਣ ਗਏ, ਇਹ ਲਿਆਂਦੇ ਗਏ। ਇਹ ਕਿਸਾਨ ਨੂੰ ਇੰਨੀ ਬੁਰੀ ਤਰ੍ਹਾਂ ਹੁਣ ਗੁਲਾਮ ਬਣਾਉਣਗੇ ਕਿ ਉਹ ਜਿਹੜਾ ਉਹਦੇ 'ਚ ਸਵੈਮਾਨ ਸੀ ਨਾ ਉਹਨੂੰ ਤੋੜ ਦੇਣਗੇ। ਮੈਂ ਜਿਹੜਾ ਕੱਲ੍ਹ ਤੱਕ ਆਪਣੇ ਆਪ ਨੂੰ ਮੇਰਾ ਸਵੈਮਾਨ, ਮੈਂ ਕਿਸਾਨ ਸੀ, ਮੈਂ ਆਪਣੇ ਖੇਤਾਂ ਦਾ ਮਾਲਕ ਸੀ, ਅੱਜ ਇਹ ਕਾਨੂੰਨ ਬਣਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਮਜ਼ਾਰਾ ਮਹਿਸੂਸ ਕਰਦਾ। ਔਰ ਮੈਨੂੰ ਪਤਾ ਨਹੀਂ ਵੀ ਕਿਹੜੇ ਵੇਲੇ ਅਡਾਨੀਆਂ ਦੀ ਕੰਪਨੀ ਨੇ ਜਾਂ ਅੰਬਾਨੀਆਂ ਦੀ ਕੰਪਨੀ ਨੇ ਆ ਕੇ ਸਾਰੇ ਕਬਜ਼ੇ ਕਰ ਲੈਣੇ ਨੇ, ਸਾਰੀ ਮਾਰਕੀਟ ਸਾਂਭ ਲੈਣੀ ਹੈ। ਔਰ ਸਾਲ 2 ਸਾਲ ਬਾਅਦ ਤੁਸੀਂ ਦੇਖੋਗੇ ਜਿਵੇਂ ਈਸਟ ਇੰਡੀਆ ਕੰਪਨੀ ਹਿੰਦੁਸਤਾਨ 'ਚ ਆਈ ਸੀ, ਇਸੇ ਤਰ੍ਹਾਂ ਇਹ ਕਾਰਪੋਰੇਟ ਹਾਊਸ ਜਿਹੜੇ ਨੇ ਉਹ ਪੰਜਾਬ 'ਚ ਜਗ੍ਹਾ ਤੁਹਾਨੂੰ ਦਿਖਣਗੇ। ਔਰ ਸਮੱਸਿਆ ਇੰਨੀ ਜਟਿਲ ਬਣ ਗਈ ਹੈ ਕਿ ਹੁਣ ਇਹਦੇ 'ਚੋਂ ਮੈਨੂੰ ਫੌਰੀ ਤੌਰ 'ਤੇ ਕੋਈ ਹੱਲ ਨਜ਼ਰ ਨਹੀਂ ਆਉਂਦਾ। ਗੱਲ ਕਿਸੇ ਤਣ ਪੱਤਣ ਨਹੀਂ ਲੱਗਣੀ, ਕਿਉਂਕਿ ਉਲਝਾਉਣ ਵਾਲਿਆਂ ਨੇ ਉਹ ਇੱਕ ਬੜਾ ਪਿਆਰਾ ਸ਼ੇਰ ਹੈ ਕਿ ਐਨ ਮੁਮਕਿਨ ਨਹੀਂ ਕਿ ਹਾਲਾਤ ਕੀ ਗੁੱਥੀ ਸੁਲਝੇ, ਹੈ ਜੀ। ਔਰ ਅਹਿਲੇ ਦਾਨਿਸ਼ ਨੇ ਬਹੁਤ ਸੋਚ ਕੇ ਉਲਝਾਇਆ ਹੈ, ਇੰਨਾ ਉਲਝਾ ਦਿੱਤਾ ਕਿ ਇਹ ਹੁਣ ਦੇਖੋ ਨਾ ਕਾਨੂੰਨ ਬਣ ਗਏ। ਕਾਨੂੰਨ ਰਿਪੀਲ ਕਿਵੇਂ ਹੋਣਗੇ? ਪਾਰਲੀਮੈਂਟ ਦੁਆਰਾ ਜੁੜੇ, ਪਾਰਲੀਮੈਂਟ ਦੀ ਬਹੁਤ ਸੰਮਤੀ ਜਿਹੜੀ ਹੈ 2/3 ਮੈਜੋਰਿਟੀ ਤੁਹਾਡੇ ਨਾਲ ਸਹਿਮਤ ਹੋਵੇ
ਫਿਰ ਤੁਹਾਡੀ ਮਰਜ਼ੀ ਦੇ ਦੁਆਰਾ ਕਾਨੂੰਨ ਬਣਨ, ਇਹ ਕਾਨੂੰਨ ਰੱਦ ਹੋਣ, ਇਹ ਕਿਵੇਂ ਹੋਏਗਾ? ਅਸੀਂ ਘੱਟ ਗਿਣਤੀ ਹੈ, ਪੰਜਾਬ ਦੀਆਂ ਸੀਟਾਂ 13 ਨੇ, 13 ਵੀ ਇੱਕ ਜ਼ੁਬਾਨ ਨਹੀਂ ਹਨ। ਇਹ ਦੋ ਬੰਦੇ ਤਾਂ ਉਹਨਾਂ ਦੀ ਗੋਦੀ 'ਚ ਹੀ ਬੈਠੇ ਸਨ, ਸੁਖਬੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ। ਹੁਣ ਦੇਖੋ, ਨਾ ਤਾਂ ਇਹਨਾਂ ਦਾ ਪਹਿਲਾਂ ਪੰਜਾਬ ਦੇ ਲੋਕਾਂ ਨੇ ਇਤਬਾਰ ਕੀਤਾ, ਜਦੋਂ ਇਹ ਆਰਡੀਨੈਂਸਾਂ ਦੇ ਹੱਕ 'ਚ ਬੋਲਦੇ ਸੀ, ਕਿਸਾਨ ਨੇ ਉਦੋਂ ਵੀ ਨਹੀਂ ਇਹਨਾਂ ਦੀ ਗੱਲ ਮੰਨੀ। ਹੁਣ ਇਹ ਖਿਲਾਫ ਬੋਲਦੇ ਨੇ, ਹੁਣ ਵੀ ਭਰੋਸੇਯੋਗ ਨਹੀਂ ਹੈਗੇ, ਹੁਣ ਵੀ ਭਰੋਸੇਯੋਗ ਨਹੀਂ ਹਨ, ਕਿਉਂਕਿ ਇਹਨਾਂ ਦੀ ਭਰੋਸੇਯੋਗਤਾ ਜਿਹੜੀ ਹੈ ਖਤਮ ਹੋ ਗਈ ਹੈ। ਇਹ ਪਹਿਲਾਂ ਵੀ ਰਾਜਨੀਤਿਕ ਚਾਲਾਂ ਚੱਲਦੇ ਸੀ, ਹੁਣ ਵੀ ਇਹ ਬੜੀ ਵੱਡੀ ਰਾਜਨੀਤਿਕ ਚਾਲ ਹੈ ਕਿ ਕਿਸੇ ਤਰੀਕੇ ਨਾਲ ਜਿਹੜੀ ਖੁੱਸੀ ਹੋਈ ਜ਼ਮੀਨ ਹੈਗੀ ਆ, ਰਾਜਨੀਤਿਕ ਜਿਹੜਾ ਉਸ ਨੂੰ ਰਿਟਰੀਵ ਕਰਨ ਦੇ ਵਾਸਤੇ ਤਰਲੋ ਮੱਛੀ ਹੋ ਰਹੇ ਨੇ। ਲੇਕਿਨ ਲੋਕ ਇਹਨਾਂ ਤੇ ਭਰੋਸਾ ਨਹੀਂ ਕਰ ਰਹੇ। ਬਹੁਤ ਵੱਡੀ ਠੱਗੀ ਪੰਜਾਬ ਦੇ ਨਾਲ, ਪੰਜਾਬ ਦੀ ਮਿੱਟੀ ਨਾਲ, ਪੰਜਾਬ ਦੇ ਕਿਸਾਨ ਦੇ ਨਾਲ। ਇੱਥੇ ਬਸ ਨਹੀਂ ਹੋਈ। ਤੁਸੀਂ ਪਹਿਲਾਂ ਇੱਕ ਸਵਾਲ ਕੀਤਾ ਸੀ ਕਿ ਗੱਲ ਤਣ ਪੱਤਣ ਲੱਗੇਗੀ। ਮੈਂ ਕਿਹਾ ਹਾਂ, ਗੱਲ ਤਣ ਪੱਤਣ ਇਸ ਕਰਕੇ, ਕਿਸਾਨ ਅੰਦੋਲਨ ਦੀ ਮੈਂ ਗੱਲ ਕਰ ਰਹੀ ਹਾਂ, ਕਿਸਾਨ ਅੰਦੋਲਨ ਕਿਉਂ ਕਿਸੇ ਤਣ ਪੱਤਣ ਲੱਗੇਗਾ? ਜੇ ਲੜਾਈ ਭਾਰਤ ਸਰਕਾਰ ਨਾਲ ਹੁੰਦੀ, ਸਮਝ ਗਏ ਨਾ, ਫਿਰ ਤਣ ਪੱਤਣ ਲੱਗਣ ਦੀ ਕੋਈ ਉਮੀਦ ਹੋ ਸਕਦੀ ਸੀ। ਲੇਕਿਨ ਲੜਾਈ ਤਾਂ ਇੱਕ ਜ਼ਹਿਨੀਅਤ ਦੇ ਨਾਲ ਹੈ, ਇਸ ਦੇ ਪਿੱਛੇ ਇੱਕ ਜ਼ਹਿਨੀਅਤ ਕੰਮ ਕਰ ਰਹੀ ਹੈ। ਉਸੇ ਜ਼ਹਿਨੀਅਤ ਨੇ ਕਸ਼ਮੀਰ ਨੂੰ ਤੋੜਿਆ, ਉਸੇ ਜ਼ਹਿਨੀਅਤ ਨੇ 370 ਨੂੰ ਤੋੜਿਆ, ਉਸੇ ਜ਼ਹਿਨੀਅਤ ਨੇ ਉਹ ਸਿਟੀਜ਼ਨਸ਼ਿਪ ਵਾਲਾ ਬਿੱਲ ਲੈ ਕੇ ਆਂਦਾ, ਉਹੀ ਉਸੇ ਜ਼ਹਿਨੀਅਤ ਨੇ ਪੰਜਾਬੀ ਨੂੰ ਕਸ਼ਮੀਰ ਦੀਆਂ ਭਾਸ਼ਾਵਾਂ ਵਿੱਚੋਂ ਮਨਫੀ ਕੀਤਾ। ਉਸੇ ਜ਼ਹਿਨੀਅਤ ਦੇ ਤਹਿਤ ਇਹ ਜਿਹੜੇ ਕਾਨੂੰਨ ਬਣੇ ਨੇ। ਇਸ ਲਈ ਉਹ ਜਿਹੜੀ ਜ਼ਹਿਨੀਅਤ ਹੈ ਉਹ ਬੜੀ ਜ਼ਹਿਰੀਲੀ ਹੈ, ਬਹੁਤ ਜ਼ਹਿਰੀਲੀ ਹੈ ਜੀ। ਉਹਨਾਂ ਨੇ ਤਾਂ ਇਹ ਤਾਣੀ ਹੋਈ ਹੈ, ਠਾਣੀ ਹੋਈ ਹੈ ਕਿ ਇਹਨਾਂ ਨੂੰ ਮਾਰਨਾ, ਮਿੱਠੇ ਜ਼ਹਿਰ ਦੇ ਕੇ, ਕੌੜੇ ਜ਼ਹਿਰ ਦੇ ਕੇ ਜਿਉਣ ਨਹੀਂ ਦੇਣਾ। ਹਿੰਦੁਸਤਾਨ 'ਚ ਕਿਸੇ ਵੀ ਹੋਰ ਮਿਨੋਰਿਟੀ ਨੂੰ, ਉਹਨਾਂ ਦੇ ਸਵੈਮਾਨ ਨੂੰ ਖਤਮ ਕਰਨਾ, ਉਹਨਾਂ ਦੀ ਆਰਥਿਕਤਾ ਨੂੰ ਖਤਮ ਕਰਨਾ ਹੈ। ਇਸ ਵਾਸਤੇ ਮੈਂ ਕਹਿੰਦਾ ਵੀ ਲੜਾਈ ਲੰਮੀ ਛਿੜ ਗਈ, ਲੰਮੀ ਛਿੜ ਗਈ ਔਰ ਲੜਾਈ ਦੋ ਟੁਕ ਹੋਏਗੀ। ਇਹਦਾ ਨਰਿੰਦਰ ਮੋਦੀ ਨੂੰ ਵੀ ਨਹੀਂ ਪਤਾ, ਭਾਰਤ ਸਰਕਾਰ ਨੂੰ ਵੀ ਨਹੀਂ ਪਤਾ ਕਿ ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ, ਬਹੁਤ ਮਾੜੇ ਨਿਕਲਣਗੇ। ਪਹਿਲਾਂ ਤੁਸੀਂ ਕਸ਼ਮੀਰ ਗਵਾ ਲਿਆ, ਮੈਂ ਕਹਿੰਦਾ ਗਵਾ ਲਿਆ, ਹੁਣ ਤੁਸੀਂ ਪੰਜਾਬ ਗਵਾ ਲਿਆ, ਨਾਲ ਹਰਿਆਣਾ ਗਵਾ ਲਿਆ, ਤੇ ਇਹ ਸਾਡਾ ਪੋਰਸ ਬਾਰਡਰ ਹੈਗਾ ਔਰ ਸਾਡਾ ਜਿਹੜਾ ਗਵਾਂਢੀ ਹੈਗਾ ਉਹ ਹੋਸਟਾਈਲ ਗਵਾਂਢੀ ਹੈਗਾ। ਉਧਰ ਚੀਨ ਨਾਲ ਤੁਹਾਡੀ ਲੜਾਈ ਛਿੜੀ ਹੋਈ ਹੈ, ਚੀਨ ਤੁਹਾਡੇ ਬਾਰਡਰ ਤੇ ਕਬਜ਼ਾ ਕਰਦਾ ਆ ਰਿਹਾ। ਸਾਡੇ ਪੁੱਤ ਚੀਨ ਦੇ ਬਾਰਡਰ ਤੇ ਵੀ ਮਰ ਰਹੇ ਨੇ, ਸਾਡੇ ਪੁੱਤ ਜਿਹੜੇ ਨੇ ਪੰਜਾਬ ਦੇ ਕਿਸਾਨ ਦੇ ਪੁੱਤਰ ਕਸ਼ਮੀਰ 'ਚ ਵੀ ਮਰ ਰਹੇ ਨੇ। ਤੁਸੀਂ ਉਹਨਾਂ ਦੇ ਮਾਪਿਆਂ ਨੂੰ ਗੁਲਾਮ ਬਣਾ ਕੇ, ਸਾਡੀਆਂ ਦਸਤਾਰਾਂ ਲਾ ਕੇ, ਤੇ ਤੁਸੀਂ ਕਿਵੇਂ ਇਹ ਉਮੀਦ ਕਰ ਸਕਦੇ ਹੋ ਕਿ ਉਹ ਬੱਚੇ ਜਿਹੜੇ ਨੇ ਬਾਰਡਰ ਤੇ ਜਾਂ ਚੀਨ ਦੇ ਨਾਲ ਉਸ ਜੁਰਅਤ ਦੇ ਨਾਲ, ਉਸ ਸਿਦਕ ਨਾਲ ਲੜਨਗੇ, ਜਦੋਂ ਤੁਸੀਂ ਉਹਨਾਂ ਦੇ ਮਾਪਿਆਂ ਦੀਆਂ ਪੱਗਾਂ ਤੇ ਦੁਪੱਟੇ ਜਿਹੜੇ ਨੇ ਉਹਨਾਂ ਨੂੰ ਉਛਾਲ ਰਹੇ ਹੋ। ਸਮਝ ਗਏ ਨਾ? ਹਾਂਜੀ। ਤੁਸੀਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਹੈ ਤੇ ਫਿਰ ਪੰਜਾਬ ਦੀ ਗੱਲ ਕੀਤੀ ਹੈ, ਮਾਈਨੋਰਟੀਜ਼ ਦੀ ਗੱਲ ਕੀਤੀ ਹੈ, ਤੇ ਪੰਜਾਬ ਇਹ ਪਿਛਲੇ ਕੁਝ ਸਮੇਂ ਤੋਂ ਬਹੁਤ ਸੁਚੇਤ ਹੋ ਕੇ ਕੁਝ ਮੁੱਦਿਆਂ ਤੇ ਲੋਕਾਂ ਦੇ ਨਾਲ ਖੜਾ ਹੈ। ਜਿਸ ਤਰ੍ਹਾਂ ਧਾਰਾ 370 ਜਦੋਂ ਤੋੜੀ ਆ ਤਾਂ ਉਹਨੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ ਗੱਜ ਵੱਜ ਕੇ, ਤੇ ਬੁੱਧੀਜੀਵੀਆਂ ਨੂੰ ਅੰਦਰ ਸੁੱਟਿਆ ਗਿਆ ਤਾਂ ਪੰਜਾਬੀ ਉਹਨਾਂ ਦੇ ਨਾਲ ਵੀ ਖੜੇ। CAA ਦੇ ਮਾਮਲੇ ਤੇ, ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਤੇ ਪੰਜਾਬੀ ਲੋਕ ਉਹਨਾਂ ਨਾਲ ਡਟ ਕੇ ਖੜੇ, ਜਿਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ। ਤੇ ਕੀ ਪੰਜਾਬ ਨੂੰ ਤੁਸੀਂ ਇਹ ਸਮਝਦੇ ਹੋ ਵੀ ਇਹਦੇ ਆਧਾਰ ਤੇ ਵੀ ਸਜ਼ਾ ਦਿੱਤੀ ਜਾ ਰਹੀ ਹੈ? ਬਹੁਤ ਸਾਰੇ ਕਾਰਨ ਨੇ ਜੀ, ਇਹ ਵੀ ਇੱਕ ਕਾਰਨ ਹੈ ਜੀ, ਕਿਉਂਕਿ ਪੰਜਾਬੀਆਂ ਨੇ ਔਰ ਜੇ ਮੈਂ ਕਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੀ ਸਭ ਤੋਂ ਪਹਿਲਾਂ ਕਸ਼ਮੀਰ ਦੇ ਮਾਮਲੇ 'ਚ ਉਹਨਾਂ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਪੂਰੀ ਸਿੱਖ ਕੌਮ ਜਿਹੜੀ ਹੈ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜੀ ਹੈ, ਕਿਉਂਕਿ ਜੇ ਘੱਟ ਗਿਣਤੀਆਂ ਇੱਕ ਦੂਜੇ ਦਾ ਦਮ ਨਹੀਂ ਭਰਨਗੀਆਂ, ਸਾਹ ਨਹੀਂ ਭਰਨਗੀਆਂ, ਤਾਂ ਮੈਂ ਜਿਸ ਜ਼ਹਿਨੀਅਤ ਦਾ ਜ਼ਿਕਰ ਕੀਤਾ, ਜਿਨ੍ਹਾਂ ਨਾਲ ਸਾਡੀ ਲੜਾਈ ਹੈ, ਉਹ ਇੱਕ ਇੱਕ ਕਰਕੇ ਸਭ ਨੂੰ ਖਾ ਜਾਣਗੇ, ਨਿਗਲ ਜਾਣਗੇ। ਇਹ ਆਪਣੇ ਸਾਹਮਣੇ ਪਿਛਲੇ 5 ਸਾਲ ਗੁਜ਼ਰੇ ਨੇ, ਆ 6ਵਾਂ ਚੱਲ ਰਿਹਾ, ਇਹਦੇ 'ਚ ਕਿੰਨਾ ਕੁਛ ਵਾਪਰ ਗਿਆ ਤੁਹਾਡੇ ਸਾਹਮਣੇ ਹੈ। ਇਹ ਬਹੁਤ ਵੱਡਾ ਜੋ ਕੁਛ ਹੋਇਆ, ਖਾਸ ਕਰਕੇ ਕਿਸਾਨ, ਇਹ ਸਾਡੇ ਇਮਤਿਹਾਨ ਨੇ ਕਿ ਸਾਡਾ ਖੂਨ ਜਿਹੜਾ ਹੈਗਾ ਉਹ ਕਿੰਨਾ ਕੁ ਖੌਲਦਾ ਹੈ,
किन्ना क दौरा करदा। वो बड़ा प्यारा एक शेर है कि रगों में दौड़ते फिरने के हम नहीं कायल, अगर आंख से ही ना निकला टपका तो फिर लहू क्या है। ਹੁਣ ਉਹ ਦੇਖਣਾ ਚਾਹੁੰਦੇ ਨੇ ਵੀ ਇਹਨਾਂ ਦਾ ਲਹੂ ਜਿਹੜਾ ਹੈਗਾ ਸਫੈਦ ਕਿੰਨਾ ਹੈ ਤੇ ਕਿੰਨਾ ਕੁ ਉਹਦੇ 'ਚ ਲਾਲ ਰੰਗ ਰਹਿ ਗਿਆ। ਮੇਰਾ ਖਿਆਲ ਹੈ ਲਹੂ ਲੋਕਾਂ ਦਾ ਤਾਂ ਲਾਲ ਹੀ ਹੈ ਜੀ। ਸਿਆਸਤ ਉਹ ਜਿਹੜੀ ਸਿਆਸਤ ਜਿਹੜੇ ਅੱਜ ਪੰਜਾਬ ਨਾਲ ਖੇਡ ਰਹੇ ਨੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਮਾਣਮੱਤੇ ਇਤਿਹਾਸ ਵਾਲਾ, ਉਹਦੇ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ ਉਹ ਖੇਡ ਰਹੀ ਹੈ। ਤੇ ਆਪਾਂ ਫਿਰ ਮੈਂ ਕਿਉਂਕਿ ਗੱਲ ਲੀਡਰਸ਼ਿਪ ਦੀ ਚੱਲ ਪਈ ਹੈ ਤਾਂ ਮੇਰਾ ਖਿਆਲ ਹੈ ਆਪਾਂ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਖੂਨ ਉਹਨਾਂ ਦਾ ਸਫੈਦ ਹੈ, ਉਹ ਲੋਕਾਂ ਦੇ ਹੱਕ 'ਚ ਨਹੀਂ ਖੜ ਰਹੇ। ਸ਼ਾਇਦ ਭਲਾਈ ਉਹਨਾਂ ਦੀ ਇਸੇ 'ਚ ਹੈ ਜੇ ਉਹ ਲੋਕਾਂ ਦੇ ਨਾਲ ਆ ਕੇ ਹੁਣ ਤਾਂ ਲੋਕਾਂ ਦੇ ਪਿੱਛੇ ਆ ਕੇ ਖਲੋਣ, ਅੱਗੇ ਲੱਗਣ ਜੋਗੇ ਨਹੀਂ ਹੋ ਰਹੇ, ਜਿਹੋ ਜਿਹੀ ਤਸਵੀਰ ਬਣੀ ਹੋਈ ਹੈ। ਇਹਦੇ ਵਿੱਚ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਇਸ ਵੇਲੇ ਜਿਹੜਾ ਇਹ ਬਾਦਲ ਪਰਿਵਾਰ ਹੈ ਇਹਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਕਿਧਰੇ ਨਜ਼ਰ ਨਹੀਂ ਆ ਰਹੇ। ਕੋਰ ਕਮੇਟੀ 'ਚ ਉਹਨਾਂ ਦੀ ਕੋਈ ਬਹੁਤੀ ਮਤਲਬ ਗੱਲ ਨਹੀਂ ਸੁਣੀ ਤੇ ਹੁਣ ਜਿੱਥੇ ਸਟੇਜਾਂ ਤੇ ਬੋਲ ਰਹੇ ਨੇ ਹਰਸਿਮਰਤ ਬਾਦਲ ਜਾਂ ਸੁਖਬੀਰ ਬਾਦਲ ਬੋਲ ਰਹੇ ਨੇ, ਤੁਸੀਂ ਇਹਨੂੰ ਕੀ ਸਮਝਦੇ ਹੋ ਕਿ ਮਜੀਠੀਆ ਕਿੱਧਰ ਗਏ? ਦੇਖੋ, ਸਰਗੋਸ਼ੀਆਂ ਇਹ ਨੇ ਕਿ ਉਹਨਾਂ ਦਾ ਕਈ ਹਜ਼ਾਰ ਕਰੋੜ ਦਾ ਜਿਹੜਾ ਹੈਗਾ ਉਹ ਈਡੀ ਖੰਗਾਲ ਰਹੀ ਹੈ ਮਾਮਲਾ। ਅੱਛਾ ਜੀ। ਤੇ ਜਿਹੜਾ ਰੈਵਨਿਊ ਇੰਟੈਲੀਜੈਂਸ ਉਹਨਾਂ ਦੇ ਮਾਮਲੇ ਦੇਖ ਰਹੀ ਹੈ ਜੀ, ਔਰ ਸ਼ਾਇਦ ਇਹੀ ਵਜ੍ਹਾ ਕਿ ਉਹ ਇਹਨਾਂ ਦੇ ਨਾਲ ਹੁਣ ਬਰਾਬਰ ਕਿਤੇ ਨਜ਼ਰ ਨਹੀਂ ਆਏ। ਭੈਣ ਜ਼ਿਆਦਾ ਬੋਲਦੀ ਹੈ, ਭਰਾ ਜਿਹੜਾ ਬਹੁਤਾ ਬੋਲਦਾ ਸੀ ਉਹ ਅੱਜ ਕੱਲ੍ਹ ਖਾਮੋਸ਼ ਹੈ। ਜਦੋਂ ਬੋਲਣ ਦਾ ਸਮਾਂ ਸੀ, ਗੱਲ ਕਰਨ ਦਾ, ਉਦੋਂ ਖਾਮੋਸ਼ ਹੋ ਗਿਆ। ਉਹ ਇਹ ਖਾਮੋਸ਼ੀ ਵੀ ਮੁਜਰਮਾਨਾ ਹੈ। ਇਹਦਾ ਜਵਾਬ ਵੀ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਦੇਣਗੇ। ਦੂਜੀ ਮੈਂ ਅਰਜ਼ ਕਰਾਂ ਭਈ ਬਾਦਲ ਪਰਿਵਾਰ ਦੀ ਰਾਜਨੀਤੀ ਦੀ ਜਿਹੜੀ ਗੱਲ ਹੈ ਉਹ ਐਸੇ ਭਰਮ ਵਿੱਚੋਂ ਗੁਜ਼ਰ ਰਹੇ ਨੇ। ਉਹ ਸਮਝਦੇ ਨੇ ਕਿ ਪਹਿਲਾਂ ਵਾਂਗ ਅਸੀਂ ਫੇਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਸਕਾਂਗੇ, ਮੀਡੀਏ ਰਾਹੀਂ ਵੀ ਬਣਾਵਾਂਗੇ, ਪੈਸਾ ਬੜਾ, ਆਪਣੇ ਚੈਨਲ ਨੇ, ਦੂਜੇ ਚੈਨਲਾਂ 'ਚ ਵੀ ਭਾਈਵਾਲੀ ਹੈਗੀ ਆ। ਲੇਕਿਨ ਉਹ ਬਹੁਤ ਵੱਡੇ ਭਰਮ 'ਚ ਨੇ। ਇੱਕ ਬੜਾ ਪਿਆਰਾ ਸ਼ੇਰ ਹੈ ਕਿ तुम्हारे पाँव के नीचे कोई जमीन नहीं, कमाल ये है कि फिर भी तुझे यकीन नहीं। ਜ਼ਮੀਨ ਸਾਰੀ ਖੁੱਸ ਚੁੱਕੀ ਹੈ, ਲੇਕਿਨ ਜਿਵੇਂ ਅੱਡੀਆਂ ਚੁੱਕ ਚੁੱਕ ਕੇ ਬੋਲਦੇ ਨੇ, ਨਾ ਕੋਈ ਮਲਾਲ ਹੈ, ਨਾ ਕੋਈ ਸ਼ਰਮ ਹੈ, ਨਾ ਉਹਨਾਂ ਨੂੰ ਇਹ ਅਹਿਸਾਸ ਹੈ ਕਿ ਅਸੀਂ ਪਿਛਲੇ 3 ਮਹੀਨੇ ਤੋਂ ਲਗਾਤਾਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਹਾਂ, ਬਦਲ ਰਹੇ ਹਾਂ, ਝੂਠ ਬੋਲ ਰਹੇ ਹਾਂ। ਹੁਣ ਅਸੀਂ ਬਿਲਕੁਲ ਯੂ ਟਰਨ ਲੈ ਕੇ, ਮੈਂ ਤਾਂ ਪਿਛਲੇ ਦਿਨ ਇੱਕ ਲਿਖਿਆ ਸੀ ਕਿ ਹੁਣੇ ਪਤਾ ਲੱਗਿਆ कि एक गिरगट ने खुदकशी कर ली है। और उसने अपने खुदकशी नोट च लिखिया है कि बादलों के लगातार रंग बदलण दे जिहड़ा हुनर है उसनूं वेख के हुण ये जिहड़ी परिजाति है गिरगटां दी, ਉਹਦਾ ਇਸ ਸੰਸਾਰ 'ਚ ਰਹਿਣ ਦਾ ਕੋਈ ਹੱਜ ਨਹੀਂ ਰਹਿ ਗਿਆ। ਇਸ ਕਰਕੇ ਉਹਨੇ ਦੁਖੀ ਹੋ ਕੇ, ਕਿਉਂਕਿ ਵੱਡੇ ਗਿਰਗਿਟ ਆ ਗਏ ਨੇ, ਤੇ ਉਹਨੇ ਖੁਦਕਸ਼ੀ ਕਰ ਲਈ। ਤੇ ਬਾਕੀ ਗਿਰਗਿਟਾਂ ਨੂੰ ਵੀ ਕਿਹਾ ਭਈ ਹੁਣ ਤੁਸੀਂ ਵੀ ਆਪਣਾ ਖੁਦਕਸ਼ੀ ਵਾਲਾ ਰਸਤਾ ਲੱਭੋ। ਉਹ ਇੰਨੇ ਮਤਲਬ ਭਰੋਸੇ ਨਾਲ ਬੋਲ ਰਹੇ ਨੇ ਲੋਕਾਂ 'ਚ, ਇੰਨਾ ਕਿੱਲ ਕੇ ਬੋਲ ਰਹੇ ਨੇ, ਨਾ ਕੋਈ ਸੰਜਮ ਹੈ, ਨਾ ਕੋਈ ਸ਼ਰਮ ਹੈ, ਨਾ ਕੋਈ ਅਹਿਸਾਸ ਹੈ ਕਿ ਅਸੀਂ ਪੰਜਾਬ ਦਾ ਕਿਸਾਨ ਮਾਰਤਾ। ਪੰਜਾਬ ਦਾ ਕਿਸਾਨ ਤਾਂ ਕਤਲ ਹੋ ਚੁੱਕਾ ਹੈ, ਤਾਂ ਕਤਲ ਹੋ ਚੁੱਕਾ ਹੈ। ਜਦੋਂ ਇਹ ਰਾਸ਼ਟਰਪਤੀ ਕੋਲ ਗਏ ਸੀ ਕਿ ਜੀ ਦਸਤਖਤ ਨਾ ਕਰੋ, ਮੈਂ ਕਹਿੰਦਾ ਵੀ ਮਾੜੀ ਮੋਟੀ ਕਾਮਨ ਸੈਂਸ ਤਾਂ ਬੰਦੇ ਨੂੰ ਰਾਜਨੀਤੀ 'ਚ ਹੋਵੇ ਵੀ ਤੁਹਾਡੇ ਆਖਿਆ ਉਹ ਰਾਸ਼ਟਰਪਤੀ ਜਿਹੜਾ ਉਹਨਾਂ ਨੇ ਬਣਾਇਆ ਉਹ ਕਿਤੇ ਮੋੜ ਦੇਗਾ। ਹਾਂਜੀ, ਅਜੇ ਤਾਂ ਮੈਂ ਕਿਹਾ ਸੀ ਉੱਦਾਂ ਦੀ ਗੱਲ ਆ ਵੀ ਮੋਰਚਰੀ 'ਚ ਲਾਸ਼ਾਂ ਪਈਆਂ ਕਿਸਾਨਾਂ ਦੀਆਂ, ਬਾਹਰ ਉਹਨਾਂ ਦੇ ਟੱਬਰ ਵਿਰਲਾਪ ਕਰ ਰਹੇ ਨੇ, ਤੇ ਸਿਮਰਜੀਤ ਕੌਰ ਤੇ ਆਪਣਾ ਸੁਖਬੀਰ ਸਿੰਘ ਬਾਦਲ ਇਹ ਜਾ ਕੇ ਉਹਨਾਂ ਦੇ ਨਾਲ ਉਹਨਾਂ ਦੀ ਸਫੇ ਮਾਤਮ ਤੇ ਬੈਠ ਕੇ ਕਹਿੰਦੇ ਨੇ ਕਿ ਤੁਸੀਂ ਵਿਰਲਾਪ ਨਾ ਕਰੋ, ਅਸੀਂ ਹੁਣੇ ਡੈਪੂਟੇਸ਼ਨ ਲੈ ਕੇ ਧਰਮਰਾਜ ਨੂੰ ਮਿਲਦੇ ਹਾਂ ਤੇ ਇਹਨਾਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਕੈਂਸਲ ਕਰਾ ਕੇ ਇਹਨਾਂ ਨੂੰ ਪੁਨਰ ਜੀਵਿਤ ਕਰਵਾ ਦਿੰਦੇ ਆ। ਇਹ ਤਮਾਸ਼ਾ ਕਰ ਰਹੇ ਨੇ। ਹੁਣ ਤੇ ਕਾਨੂੰਨ ਬਣ ਗਏ ਨੇ, ਹੁਣ ਕਿਸੇ ਦੇ ਵੀ ਹੰਝੂ ਕੇਰਨ ਦਾ ਨਾ ਕੈਪਟਨ ਅਮਰਿੰਦਰ, ਅੱਜ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਜਾਣਗੇ ਸ਼ਹੀਦ ਭਗਤ ਸਿੰਘ ਦੇ ਪਿੰਡ, ਉਹਦੀ ਪਿਤਰੀ ਭੂਮੀ ਤੇ, ਉੱਥੇ ਜਾ ਕੇ ਆਖੇ ਉਹ ਜੀ ਕਿਸਾਨਾਂ ਦੇ ਨਾਲ ਇਕਜੁੱਟਤਾ ਦਾ ਦਿਖਾਵਾ ਕਰਨਗੇ। ਹਾਂਜੀ, ਪ੍ਰਗਟਾਵਾ ਕਰਨਗੇ, ਹੈ ਤਾਂ ਦਿਖਾਵਾ ਹੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਵੀ ਓਡਾ ਹੀ ਵੱਡਾ ਬੇਈਮਾਨ ਹੈ
ਜਿਹੜਾ ਬੰਦਾ ਦੇਖੋ, ਇਹ ਵੀ ਗੱਲ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਸਮਝਣ ਵਾਲੀ ਹੈ, ਕਿਉਂਕਿ ਸਾਰੇ ਚਿਹਰੇ ਜਿਹੜੇ ਨੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਜੀ। ਇਹ ਜਿਹੜਾ ਹਾਈ ਪਾਵਰ ਕਮੇਟੀ ਬਣਾਈ ਨੀਤੀ ਆਯੋਗ ਨੇ ਜੀ ਜੀ, ਉਹਦੇ 'ਚ 6 ਸੂਬਿਆਂ ਦੇ ਚੀਫ ਮਿਨਿਸਟਰ ਲਏ। ਉਹਦੇ 'ਚੋਂ ਪੰਜਾਬ ਮੰਨਫੀ ਸੀ। ਪੰਜਾਬ ਵਾਲਿਆਂ ਨੇ ਇਹ ਜੁਲਾਈ 2019 'ਚ ਬਣੀ ਜੀ ਜੀ। ਇਹਨਾਂ ਨੇ ਰੌਲਾ ਪਾਇਆ ਵੀ ਜੀ ਪੰਜਾਬ ਤਾਂ ਸਭ ਤੋਂ ਵੱਧ ਅੰਨ ਪੈਦਾ ਕਰਦਾ ਹੈ ਤੇ ਪੰਜਾਬ ਨੂੰ ਤੁਸੀਂ ਕਿਵੇਂ ਛੱਡਤਾ। ਉਹਨਾਂ ਨੇ ਅਗਸਤ 'ਚ ਹੀ ਪੰਜਾਬ ਨੂੰ ਐਡ ਕਰ ਲਿਆ। ਪਹਿਲੀ ਮੀਟਿੰਗ ਪੰਜਾਬ ਦੇ ਸ਼ਾਮਲ ਹੋਣ ਤੋਂ ਬਾਅਦ ਬੰਬੇ ਹੋਈ। ਕੈਪਟਨ ਅਮਰਿੰਦਰ ਸਿੰਘ ਗੈਰ ਹਾਜ਼ਰ ਰਿਹਾ। ਉਹਦੇ 'ਚ ਮਨਪ੍ਰੀਤ ਬਾਦਲ ਨੂੰ ਭੇਜਤਾ। ਮਨਪ੍ਰੀਤ ਬਾਦਲ ਦੀ ਕਾਰਗੁਜ਼ਾਰੀ ਜ਼ੀਰੋ। ਉਹਦੇ 'ਚ ਉਹਨੇ ਕੋਈ ਪ੍ਰੈਜੈਂਟੇਸ਼ਨ ਨਹੀਂ ਦਿੱਤੀ। ਉਹਨੇ ਕੋਈ ਇਹ ਨਹੀਂ ਪੁੱਛਿਆ ਵੀ ਪਿਛਲੀਆਂ ਮੀਟਿੰਗਾਂ ਦੀ ਕੀ ਕਾਰਵਾਈ ਹੋਈ। ਉਸ ਤੋਂ ਬਾਅਦ 3 ਸਤੰਬਰ 2019 ਨੂੰ ਮੀਟਿੰਗ ਹੁੰਦੀ ਹੈ ਐਗਰੀਕਲਚਰ ਸੈਕਟਰੀਜ਼ ਦੀ। ਉਹਦੇ 'ਚ ਪੰਜਾਬ ਦਾ ਐਗਰੀਕਲਚਰ ਸੈਕਟਰੀ ਕਾਹਨ ਸਿੰਘ ਪੰਨੂ ਜਾਂਦਾ ਹੈ। ਉਹਦੇ 'ਚ ਕਲੀਅਰ ਹੋ ਗਿਆ ਕਿ ਇਹ ਸਾਰਾ ਮੰਡੀਕਰਨ ਦਾ ਜਿਹੜਾ ਸਿਸਟਮ ਹੈ ਉਹ ਦੇਣ ਜਾ ਰਹੇ ਨੇ ਅਡਵਾਨੀਆਂ ਨੂੰ, ਅੰਬਾਨੀਆਂ ਨੂੰ ਜੀ ਜੀ। ਤੇ ਪੰਜਾਬ ਦਾ ਸਾਰਾ ਸਿਸਟਮ ਜਿਹੜਾ ਹੈਗਾ ਉਦੋਂ ਅਮਲੀਆਮੇਟ ਕਰਨ ਜਾ ਰਹੇ ਨੇ। ਉਹਨੇ ਆ ਕੇ 10 ਸਤੰਬਰ ਨੂੰ ਡਿਟੇਲ ਨੋਟ ਚੀਫ ਮਿਨਿਸਟਰ ਅਮਰਿੰਦਰ ਸਿੰਘ, ਜਿਹੜਾ ਕਿ ਖੇਤੀਬਾੜੀ ਮੰਤਰੀ ਵੀ ਹੈ, ਉਹਨੂੰ ਦੇ ਦਿੱਤਾ ਜੀ ਜੀ। ਔਰ ਉਹਨੂੰ ਵਾਅਦਾ ਕਰਤਾ ਕਿ ਆਹ ਹੋਣ ਜਾ ਰਿਹਾ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਹੁਣ 10 ਸਤੰਬਰ ਤੋਂ ਲੈ ਕੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਵਿੱਚ ਕੋਵਿਡ ਆਉਂਦਾ ਹੈ। 7 ਮਹੀਨੇ ਲੰਘੇ, ਹੀ ਡਿਡਨਟ ਡੂ ਐਨੀਥਿੰਗ। ਉਸ ਤੋਂ ਬਾਅਦ ਮਾਰਚ ਤੋਂ ਲੈ ਕੇ ਫਿਰ ਜੂਨ ਤੱਕ, ਮਾਰਚ, ਅਪ੍ਰੈਲ, ਮਈ, ਜੂਨ, 4 ਮਹੀਨੇ ਫੇਰ ਲੰਘਾਤੇ। 11 ਮਹੀਨੇ ਇਹਦੀ ਜਿਹੜੀ ਮੁਜਰਮਾਨਾ ਚੁੱਪ ਹੈ। ਪੰਜਾਬ ਦਾ ਚੀਫ ਮਿਨਿਸਟਰ ਸੀ, ਖੇਤੀ ਪ੍ਰਧਾਨ ਸੂਬਾ, ਇਹ ਤਾਂ ਤਬਾਹੀ ਮਚਾ ਦਿੰਦਾ। ਚੀਫ ਮਿਨਿਸਟਰ ਕੋਲ ਕਿਤੇ ਥੋੜੀ ਤਾਕਤ ਹੁੰਦੀ ਹੈ। ਨਹੀਂ, ਪਾਰਟੀਆਂ ਨੂੰ ਬਾਕੀ ਨੂੰ ਵੀ ਬੋਲਣਾ ਬਣਦਾ ਸੀ। ਨਹੀਂ ਜੀ, ਨਾ ਇਹਨੇ ਐਮਐਲਏ ਦੀ ਮੀਟਿੰਗ ਸੱਦੀ, ਨਾ ਐਮਪੀ ਦੀ ਸੱਦੀ, ਨਾ ਕਿਸਾਨ ਯੂਨੀਅਨਾਂ ਸੱਦੀਆਂ, ਨਾ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਿਆ, ਨਾ ਖੇਤੀਬਾੜੀ ਮੰਤਰੀ ਨੂੰ ਮਿਲਿਆ। ਹੁਣ ਜਦ ਭਾਣਾ ਬੀਤ ਗਿਆ, ਹੁਣ ਤਾਂ ਫੁੱਲ ਚੁਗਣ ਦੀ ਗੱਲ ਆ ਗਈ ਨਾ। ਕਿਸਾਨ ਤਾਂ ਮਾਰਤਾ ਇਹਨਾਂ ਨੇ, ਹੁਣ ਜਿੰਨੇ ਮਰਜ਼ੀ ਦਹੱਥੜੇ ਮਾਰੀ ਜਾਣ, ਹੁਣ ਕੀ ਹੈ। ਤੇ ਕਿਸਾਨਾਂ ਨਾਲ ਹੀ ਮਰ ਗਏ ਨੇ ਆਮ ਲੋਕ। ਕਿਸਾਨੀ ਨਾਲ ਜੁੜੇ ਕਿਤੇ ਸੁਭਾਵਿਕ ਹੈ ਕਿ ਮਰਨਗੇ। ਵੀਰ ਦਵਿੰਦਰ ਸਿੰਘ ਜੀ, ਇੱਕ ਗੱਲ ਦੱਸੋ ਕਿ ਹੁਣ ਜਿਵੇਂ ਸਿਆਸਤਦਾਨ, ਜਿਵੇਂ ਤੁਸੀਂ ਸੁਖਬੀਰ ਬਾਦਲ ਹੋਰਾਂ ਦੇ ਪਰਿਵਾਰ ਦੀ ਗੱਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਹੈ, ਸੁਭਾਵਿਕ ਹੈ ਕਿ ਦੂਸਰੀਆਂ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਵੀ ਚਿਹਰਾ ਇਹੋ ਹੀ ਹੈ। ਤੁਸੀਂ ਬੈਸਟ ਪਾਰਲੀਮੈਂਟੇਰੀਅਨ ਰਹੇ ਹੋ, ਤੁਸੀਂ ਪੜ੍ਹਦੇ ਲਿਖਦੇ ਵੀ ਹੋ, ਇਸ ਮੰਚ 'ਤੇ ਤੁਸੀਂ ਸੁਚੇਤ ਵੀ ਕਰ ਰਹੇ ਹੋ ਪੰਜਾਬੀਆਂ ਨੂੰ, ਇਹਨਾਂ ਦੇ ਚਿਹਰੇ ਨੰਗੇ ਕਰਨ ਦਾ ਯਤਨ ਵੀ ਕਰ ਰਹੇ ਹੋ। ਪੰਜਾਬੀ ਖੁਦ ਵੀ ਲੋਕ ਦੇਖ ਹੀ ਰਹੇ ਨੇ। ਤੇ ਫਿਰ ਰਾਜ ਕੋਈ ਕਰਦਾ ਹੈ ਤੇ ਜਿਹੜਾ ਪੜ੍ਹਨ ਲਿਖਣ ਵਾਲਾ ਜਾਂ ਬੈਸਟ ਸਾਬਤ ਵੀ ਹੁੰਦਾ ਹੈ ਪਾਰਲੀਮੈਂਟੇਰੀਅਨ, ਉਹ ਪਿੱਛੇ ਕਿਵੇਂ ਰਹਿ ਜਾਂਦੇ ਨੇ? ਇਹ ਸਮਤੋਲ ਕਿਉਂ ਨਹੀਂ ਬਣਦਾ ਸੱਤਾ ਦਾ ਤੇ ਚੰਗੀ ਜ਼ਿਹਨੀਅਤ ਦਾ? ਇਹ ਬੜਾ ਅੱਛਾ ਤੁਸੀਂ ਸਵਾਲ ਕੀਤਾ। ਮੈਂ ਇਹ ਸਵਾਲ ਆਪਣੇ ਆਪ ਨੂੰ ਵੀ ਕਰਦਾ ਰਹਿਣਾ, ਕਿਉਂਕਿ ਰੋਜ਼ ਲੋਕ ਮੈਨੂੰ ਇਹ ਸਵਾਲ ਕਰਦੇ ਨੇ ਜੀ ਕਿ ਤੁਸੀਂ ਸਾਰੇ ਮੁੱਦੇ ਉਠਾਉਂਦੇ ਹੋ, ਲਿਖਦੇ ਹੋ, ਗੱਲ ਕਰਦੇ ਹੋ, ਸਮਝਦੇ ਹੋ, ਤੇ ਪਿੱਛੇ ਕਿਉਂ ਰਹਿ ਗਏ? ਤੇ ਮੈਂ ਉਹਨਾਂ ਨੂੰ ਕਹਿਣਾ ਵੀ ਇਸੇ ਕਰਕੇ ਰਹਿ ਗਏ ਪਿੱਛੇ, ਸਮਝ ਗਏ ਨਾ। ਕਿਉਂਕਿ ਸਾਰੀ ਗੱਲ ਸਮਝਦੇ ਹਾਂ, ਮਹਿਸੂਸ ਕਰਦੇ ਹਾਂ, ਲਿਖਦੇ ਹਾਂ, ਬੇਬਾਕੀ ਨਾਲ ਗੱਲ ਕਰਦੇ ਹਾਂ, ਸੱਚੀ ਗੱਲ ਕਹਿੰਦੇ ਹਾਂ, ਤੇ ਮੂੰਹ ਦੇਖਵੇਂ ਟਿੱਕੇ ਨਾ ਕੱਢਣੇ ਸਿੱਖੇ ਨੇ, ਨਾ ਕੱਢਣੇ ਆਉਂਦੇ ਨੇ। ਜਦੋਂ ਦੀ ਰਾਜਨੀਤੀ ਜਿਹੜੀ ਹੈ ਉਹ ਤਜਾਰਤ ਬਣ ਗਈ ਹੈ, ਵਪਾਰ ਬਣ ਗਈ ਹੈ, ਉਦੋਂ ਤੋਂ ਰਾਜਨੀਤੀ ਵਿੱਚ ਧਨ ਦੌਲਤ ਦਾ ਬਹੁਤ ਵੱਡਾ ਦਖਲ ਹੋ ਗਿਆ ਜੀ। ਉਹਦੇ ਨਾਲ ਹੀ ਮਾਫੀਏ ਆ ਗਏ ਨੇ। ਔਰ ਜਿੱਥੇ ਕਮਰਸ਼ੀਅਲਾਈਜੇਸ਼ਨ ਹੋਈ ਹੈ ਰਾਜਨੀਤੀ ਦੀ, ਉਹਦੇ ਨਾਲ ਕ੍ਰਿਮੀਨਲਾਈਜੇਸ਼ਨ ਵੀ ਹੋ ਗਈ ਹੈ ਜੀ। ਬਿਲਕੁਲ। ਤੇ ਇਹ ਸਾਰੇ ਜਿਹੜੇ ਨੈਕਸਸ ਨੇ ਕ੍ਰਿਮੀਨਲਸ ਦੇ, ਕਰਪਟਸ ਦੇ, ਔਰ ਇਹ ਕਮਰਸ਼ੀਅਲਾਈਜੇਸ਼ਨ ਦੇ, ਵਪਾਰੀਆਂ ਦੇ, ਇਹ ਏਡੇ ਜਟਲ ਨੇ, ਏਡੇ ਮਜ਼ਬੂਤ ਨੇ ਕਿ ਉਹਨਾਂ ਗੱਠ ਜੋੜਾਂ ਨੇ ਸਾਡੇ ਵਰਗੇ ਲੋਕ ਜਿਹੜੇ ਅਸੂਲ ਦੀ ਸਿਆਸਤ ਕਰਦੇ ਸੀ ਜਾਂ ਸੇਵਾ ਦੀ ਸਿਆਸਤ ਕਰਦੇ ਸੀ, ਜਾਂ ਇਹ ਮੰਨ ਕੇ ਆਏ ਸੀ ਕਿ ਅਸੀਂ ਪੰਜਾਬ ਦੀ ਸੇਵਾ ਕਰਨੀ ਹੈ, ਔਰ 4 ਕਿਤਾਬਾਂ ਪੜ੍ਹਨ ਦਾ ਮੌਕਾ ਵੀ ਮਿਲਿਆ, ਕੋਈ ਜ਼ਿੰਦਗੀ ਦਾ ਮਾੜਾ ਮੋਟਾ ਚੱਜ 4 ਸਿੱਖਣ ਦੀ ਕੋਸ਼ਿਸ਼ ਕੀਤੀ, ਸਲੀਕੇ ਸਿੱਖਣ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਕੁਛ ਜਿਹੜਾ ਹੈਗਾ ਅੱਜ ਦੀ ਰਾਜਨੀਤੀ 'ਚ ਬੇਮਾਨਾ ਹੋ ਕੇ ਰਹਿ ਗਿਆ।
जी। और मैं कई बारी शेर कहना हुन्ना कि अकल ने जहर भर दिया मुझ में, अकल ने जहर भर दिया मुझ में, हम तो दीवानगी के कायल थे, हम तो दीवानगी के कायल थे। चलते चलते आखिरी सवाल, ਤੇ ਹੁਣ ਜਦੋਂ ਤੁਸੀਂ ਇਹੀ ਕਹਿ ਦਿੱਤਾ, ਤੁਸੀਂ ਹੀ ਕਹਿ ਦਿੱਤਾ ਕਿ ਨਹੀਂ ਲੋੜ ਨਹੀਂ ਸਿਆਸਤ ਨੂੰ, ਚੰਗੀ ਜ਼ਹਿਨੀਅਤ ਦੀ, ਪੜ੍ਹਾਈ ਲਿਖਾਈ ਦੀ, ਬੌਧਿਕਤਾ ਦੀ ਤੇ ਲੋਕ ਪੱਖੀ ਮਾਈਂਡ ਸੈਟ ਦੀ, ਤਾਂ ਫਿਰ ਲੋਕ ਕੀ ਕਰਨ? ਨਹੀਂ, ਲੋਕਾਂ ਨੂੰ ਵੀ ਲੋੜ ਨਹੀਂ। ਦੇਖੋ ਗੱਲ ਇਹ ਹੈ, ਇਹਦੇ 'ਚ ਉਹ ਬੜੀ ਪਿਆਰੀ ਕਿਤਾਬ ਹੈ ਖਲੀਲ ਜਿਬਰਾਨ ਦੀ, ਪ੍ਰੋਫਿਟ, ਪੈਗੰਬਰ, ਉਹਦੇ 'ਚ ਬਹੁਤ ਸ਼ਾਨਦਾਰ ਉਹ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ। ਤੇ ਇੱਕ ਜਗਿਆਸੂ ਉਸ ਨੂੰ ਸਵਾਲ ਪੁੱਛਦਾ ਕਿ ਹੇ ਪੀਰਾ, ਸਾਨੂੰ ਕੁਛ ਅਪਰਾਧਾਂ ਬਾਰੇ ਵੀ ਦੱਸ। ਉਹਦੇ 'ਚੋਂ ਬਹੁਤ ਸ਼ਾਨਦਾਰ ਇੱਕ ਲਾਈਨ ਹੈ ਕਿ ਜਿਹੜਾ ਕਾਤਲ ਹੈ ਉਹ ਤਾਂ ਕਿਸੇ ਨੂੰ ਕਤਲ ਕਰਨ ਲਈ ਜ਼ਿੰਮੇਵਾਰ ਹੈ ਹੀ, ਲੇਕਿਨ ਜਿਹੜਾ ਮਕਤੂਲ ਹੈ, ਕਤਲ ਹੋਣ ਵਾਲਾ, ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ, ਕਿਉਂਕਿ ਉਸਨੇ ਵੀ ਆਪਣੇ ਕਤਲ ਹੋਣ ਦੇ ਵਾਸਤੇ ਕੋਈ ਨਾ ਕੋਈ ਭੂਮਿਕਾ ਜ਼ਰੂਰ ਨਿਭਾਈ ਹੈ। ਇਸ ਵਾਸਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬਰਾਬਰ ਦੇ ਇਸ ਮਾਮਲੇ 'ਚ ਦੋਸ਼ੀ ਮੰਨਦਾ ਕਿ ਆਖਿਰ ਇਹ ਸਾਰੀਆਂ ਸਰਕਾਰਾਂ ਉਹਨਾਂ ਦੀਆਂ ਚੁਣੀਆਂ, ਉਹਨਾਂ ਨੇ ਸੁਖਬੀਰ ਨੂੰ ਚੁਣਿਆ, ਉਹਨਾਂ ਨੇ ਬੀਬੀ ਹਰਸਿਮਰਤ ਕੌਰ ਨੂੰ ਚੁਣਿਆ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ, ਤੇ ਉਹੀਓ ਹੁਣ ਭੁਗਤ ਰਹੇ ਨੇ। ਜੇ ਉਸ ਵੇਲੇ ਅਸੀਂ ਸਜਗ ਰਹੀਏ ਤੇ ਫਿਰ ਇਸ ਤਰ੍ਹਾਂ ਦੇ ਲੋਕ ਅੱਗੇ ਨਾ ਆਉਣ। ਅਸਾਸੀ ਲੋਕ ਤਾਂ, ਸਾਡੇ ਵਰਗੇ ਲੋਕ ਤਾਂ ਸਾਰੇ ਹਾਸ਼ੀਏ ਤੋਂ ਬਾਹਰ ਚਲੇ ਗਏ ਨੇ। ਅਸੀਂ ਹੁਣ ਬੈਸਟ ਪਾਰਲੀਮੈਂਟੇਰੀਅਨ ਹੋਣ ਦਾ ਹੁਣ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਜਦ ਮੁੜ ਕੇ ਅਸੈਂਬਲੀ ਨਹੀਂ ਜਾ ਸਕਣਾ ਜਾਂ ਪਾਰਲੀਮੈਂਟ 'ਚ ਨਹੀਂ ਜਾ ਸਕਣਾ। ਅਸੀਂ ਤਾਂ ਤੁਹਾਡੇ ਮੀਡੀਆ ਜੋਗੇ ਰਹਿ ਗਏ ਵੀ ਤੁਹਾਡੇ ਆ ਕੇ ਗੱਲਾਂ ਕਰੋ, ਲਿਖੋ, ਅਖਬਾਰਾਂ 'ਚ ਲਿਖੋ। ਹੁਣ ਤਾਂ ਅਖਬਾਰ ਵੀ ਪੂਰਾ ਸੱਚ ਨਹੀਂ ਛਾਪਦੇ, ਉਹਨਾਂ ਨੂੰ ਵੀ ਬੜਾ ਕੁਝ, ਬੜੀ ਬਰੀਕ ਛਾਨਣੀ ਲਾ ਕੇ, ਬਹੁਤ ਕਾਂਟ ਛਾਂਟ ਕਰਕੇ। ਮੈਂ ਤਾਂ ਕਈ ਅਖਬਾਰਾਂ 'ਚ ਹੁਣ ਲਿਖਣਾ ਹੀ ਬੰਦ ਕਰਤਾ, ਕਿਉਂਕਿ ਜਿਹੜੇ ਉਹਨਾਂ ਦੀ ਟੀਮ ਹੈਗੀ ਹੈ, ਐਡੀਟੋਰੀਅਲ ਟੀਮ, ਉਹ ਇੰਨਾ ਕੁਛ ਕੱਟ ਦਿੰਦੀ ਹੈ। ਜਦੋਂ ਆਪਣਾ ਲਿਖਿਆ ਹੋਇਆ ਲੇਖ ਤੁਸੀਂ ਪੜ੍ਹਦੇ ਹੋ, ਉਹਦੇ 'ਚੋਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦੇ 'ਚੋਂ ਕਾਲਜਾ ਵੀ ਕੱਢ ਲਿਆ, ਉਹਦੇ 'ਚੋਂ ਦਿਲ ਵੀ ਕੱਢ ਲਿਆ, ਉਹਦੇ 'ਚੋਂ ਸਭ ਕੁਛ ਕੱਢ ਲਿਆ, ਦਰਦ ਕੱਢ ਲਿਆ, ਸਿਰਫ ਐਵੇਂ ਇੱਕ ਅੱਖਰਾਂ ਦਾ ਖਾਕਾ ਬਣਾ ਕੇ। ਇਹ ਚਾਰੇ ਪਾਸੇ ਨਹੀਂ। ਮੇਰੀ ਅਰਜ਼ ਸੁਣੋ, ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਇਹਦੇ 'ਤੇ ਕੋਈ ਟਿੱਪਣੀ ਕਰੋ। ਮੈਂ ਜੋ ਮਹਿਸੂਸ ਕਰ ਰਿਹਾ ਉਹ ਬਿਆਨ ਕਰ ਰਿਹਾ। ਫਿਰ ਜੇ ਤੁਸੀਂ ਮੈਨੂੰ ਜ਼ਿਆਦਾ ਛੇੜੋਗੇ, ਮੈਨੂੰ ਅਖਬਾਰਾਂ ਦੇ ਨਾਂ ਲੈਣੇ ਪੈਣਗੇ। ਇਸ ਲਈ ਬਿਹਤਰ ਹੈ ਵੀ ਇਸ ਦਰਦ ਨੂੰ ਸਮਝਣ ਅਖਬਾਰਾਂ ਵਾਲੇ, ਜੇ ਉਹ ਸਾਨੂੰ ਸੁਣ ਰਹੇ ਨੇ। ਕਿਉਂਕਿ 3 ਪਾਵੇ ਸੀ ਪਹਿਲਾਂ ਇਸ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਹੈ, ਉਹਦੇ ਪਿਲਰਸ ਆਫ ਸਟਰੈਂਥ 3 ਸੀਗੇ। ਪਹਿਲੀ ਸੀ ਲੈਜਿਸਲੇਚਰ, ਦੂਜੀ ਸੀ ਐਗਜ਼ੈਕਟਿਵ, ਤੀਜੀ ਸੀ ਜੁਡੀਸ਼ਰੀ, ਚੌਥਾ ਵੈਰੀ ਸਟਰੋਂਗ ਪਿਲਰ ਜਿਹੜਾ ਸੀ ਉਹ ਆਪਣੇ ਆਪ ਉਹਨੇ ਮੋਢਾ ਦਿੱਤਾ ਇਸ ਡੈਮੋਕ੍ਰੇਸੀ ਨੂੰ, ਉਹ ਸੀ ਮੀਡੀਆ। ਹੁਣ ਚਾਰੇ ਪਾਵੇ ਜਰਜਰੇ ਹੋ ਗਏ ਨੇ, ਮੀਡੀਆ ਵੀ ਹੋ ਗਿਆ, ਕਿਉਂਕਿ ਕਾਰਪੋਰੇਟ ਹਾਊਸ ਵਪਾਰਕ ਬਣ ਗਿਆ, ਮੀਡੀਆ ਕਾਰਪੋਰੇਟ ਹਾਊਸ ਆ ਗਏ। ਸੋ ਇਸ ਕਰਕੇ ਹੁਣ ਮੋਦੀ ਮੀਡੀਆ, ਗੋਦੀ ਮੀਡੀਆ, ਕਿੰਨਾ ਕੁਛ ਆਪਾਂ ਸੁਣਦੇ ਹਾਂ, ਕਿੰਨਾ ਕੁਛ ਹੋ ਰਿਹਾ। ਇਸ ਕਰਕੇ ਡੈਮੋਕ੍ਰੇਸੀ ਤਾਂ ਹੁਣ ਉਧਾਰ ਲਈ ਗਈ ਹੈਗੀ ਹੈ। ਡੈਮੋਕ੍ਰੇਸੀ ਪਤਾ ਨਹੀਂ ਕਿੱਥੇ ਚਲੀ ਗਈ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ। ਫਰੀडम ਆਫ ਸਪੀਚ ਔਰ ਡਾਇਸੈਂਟ ਦੀ ਕੋਈ ਥਾਂ ਹੀ ਨਹੀਂ ਰਹੀ, ਜੀ ਕੋਈ ਡਿਗਨਿਟੀ ਨਹੀਂ ਰਹੀ ਡਾਇਸੈਂਟ ਦੀ। ਕੋਈ ਜ਼ਮਾਨਾ ਸੀ ਜਦੋਂ, 1 ਮਿੰਟ ਤੁਹਾਡਾ ਲਵਾਂਗਾ, ਪੰਡਿਤ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀ ਔਰ ਰਾਜਗੋਪਾਲਾਚਾਰੀ ਪੰਡਿਤ ਜੀ ਨੇ ਇੱਕ ਬਿੱਲ ਮੂਵ ਕੀਤਾ। ਰਾਜਗੋਪਾਲਾਚਾਰੀਆ ਨੇ, ਉਹਨਾਂ ਨੇ ਇੱਕ ਅਮੈਂਡਮੈਂਟ ਮੂਵ ਕਰਤੀ ਉਸ ਦੇ ਵਿੱਚ। ਹੁਣ ਕਿੱਡਾ ਨਾਂ ਸੀ, ਪਹਿਲੇ ਗਵਰਨਰ ਜਨਰਲ ਸੀ, ਹਾਂਜੀ, ਸੀ ਰਾਜਗੋਪਾਲਾਚਾਰੀਆ। ਤੇ ਜਦੋਂ ਉਹ ਅਮੈਂਡਮੈਂਟ ਮੂਵ ਕੀਤੀ ਤੇ ਸਪੀਕਰ ਮਾਵਲੰਕਰ ਸੀ, ਉਹਨਾਂ ਨੂੰ ਬੋਲਣ ਦਾ ਟਾਈਮ ਦਿੱਤਾ। 1 ਘੰਟਾ ਰਾਜਗੋਪਾਲਾਚਾਰੀਆ ਉਸ ਅਮੈਂਡਮੈਂਟ ਤੇ ਬੋਲੇ। ਜਦੋਂ ਸਪੀਕਰ, ਤੁਸੀਂ ਹੁਣ ਦੇ ਸਪੀਕਰ ਵੀ ਦੇਖੋ ਉਸ ਵੇਲੇ ਦੇ, ਜਦੋਂ ਸਪੀਕਰ ਉਸ ਅਮੈਂਡਮੈਂਟ ਤੇ ਵੋਟ ਲੈਣ ਲੱਗਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਖੜੇ ਹੋ ਗਏ ਤੇ ਉਹ ਕਹਿਣ ਲੱਗੇ ਭਈ ਰਾਜਾ ਜੀ ਕਹਿ ਕੇ ਬੁਲਾਉਂਦੇ ਸੀ,
कि राजा जी you moved an amendment, you spoke on the amendment, you had your say, you know that the majority is with me. If your amendment is put to vote, it is going to be defeated with great majority. Therefore, I do not want, our democracy is too young, our freedom is too young. I would rather request you to kindly withdraw the amendment. I don't want that an amendment moved by Raja ji is defeated on the floor of the house. एक अपील की थी जवाहरलाल नेहरू ने. You see the great history. उस तो बाद राजा जी उठे. He said, Jawahar, I agree with you that the majority is with you. I know that. But the logic is with me. Majority is with you, but the logic is with me. Now I leave it to your wisdom to decide the fate of my amendment. मैं तेरे ते छड्डिया, हुण तेरी दानाई ते छड्डिया कि तू मेरी इस अमेंडमेंट दे नाल की सलूक करना. पंडित जी यकदम खड़े होए और स्पीकर महावलंकर नूं कहण लगे कि मैं इनू विड्रा करदा इस बिल नूं, इनू असीं दोबारा पेश करांगे. ਉਹਦੇ 'ਚ ਰਾਜਾ ਜੀ ਵੱਲੋਂ ਪੇਸ਼ ਕੀਤੀ ਗਈ ਜਿਹੜੀ ਅਮੈਂਡਮੈਂਟ ਹੈ ਉਹਨੂੰ ਇਨਕਾਰਪੋਰੇਟ ਕਰਕੇ I will present the bill again in the parliament. You see, that was the glory of the Indian parliament and the parliamentary system. ਹੁਣ ਕੀ ਹੋਇਆ, ਆ ਬਿੱਲਾਂ ਤੇ ਰਾਜ ਸਭਾ 'ਚ ਵੋਟ ਹੋਈ, ਸਾਰੀ ਅਪੋਜੀਸ਼ਨ ਕਹਿ ਰਹੀ ਹੈ ਡਿਵੀਜ਼ਨ, ਵੋਟ ਕਰੋ, ਡਿਵੀਜ਼ਨ ਕਰੋ, ਡਿਵੀਜ਼ਨ ਕਰੋ. ਮੈਂ ਖੁਦ ਸਪੀਕ ਕਰ ਰਿਹਾ, ਜੇ ਇੱਕ ਮੈਂਬਰ ਉੱਠ ਕੇ ਵੋਟਿੰਗ ਵੇਲੇ ਕਹਿ ਦੇ ਡਿਵੀਜ਼ਨ, ਤਾਂ ਸਪੀਕਰ ਕੋਲ ਕੋਈ ਡਿਸਕ੍ਰਿਸ਼ਨ ਨਹੀਂ ਹੈ ਕਿ ਉਹ ਕਵੇ ਨਹੀਂ ਮੈਂ ਵੌਇਸ ਵੋਟ ਨਾਲ ਪਾਸ ਕਰਾਂਗਾ. ਉਸੇ ਵੇਲੇ ਤੁਹਾਨੂੰ ਡਿਵੀਜ਼ਨ ਦੀ ਬੈਲ ਵਜਾਉਣੀ ਪਏਗੀ, ਗੈਲਰੀਜ਼ ਖਾਲੀ ਕਰਾਉਣੀਆਂ ਪੈਣਗੀਆਂ, ਪਰਚੀਆਂ ਦੇ ਨਾਲ ਵੋਟਿੰਗ ਕਰਾਉਣੀ ਪਏਗੀ, ਫਿਰ ਉਹਦੀ ਗਿਣਤੀ ਹੋਏਗੀ. ਇੱਥੇ ਕਿਸਾਨ ਨੂੰ ਦੀ ਬਰਬਾਦੀ ਦੇ 3 ਬਿੱਲ ਵੌਇਸ ਵੋਟ ਨਾਲ ਪਾਸ ਕਰਤੇ, ਕੋਈ ਪੁੱਛਣ ਵਾਲਾ ਨਹੀਂ ਹੈ. ਇਸ ਕਰਕੇ ਹਾਲਾਤ ਬਹੁਤ ਮਾੜੇ ਆ ਗਏ. We are passing through a horrible phase. ਜੀ ਹਾਂ, ਤੁਸੀਂ ਠੀਕ ਆਖਿਆ ਕਿ ਥੋੜੇ ਕੁਛ ਹੱਦ ਤੱਕ ਲੋਕ ਵੀ ਜ਼ਿੰਮੇਵਾਰ ਹੋਣਗੇ ਜੋ ਅੱਖਾਂ ਅੱਗੇ ਉਹ ਪਰਦਾ ਤਣਨ ਦਿੰਦੇ ਨੇ, ਜੋ ਸਿਆਸਤਦਾਨ ਜਿਸ ਤਰ੍ਹਾਂ ਪੰਜਾਬ 'ਚ ਬਾਦਲ ਪਰਿਵਾਰ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਆਗੂ ਜਿਹੋ ਜਿਹਾ ਪਰਦਾ ਉਹਨਾਂ ਦੀਆਂ ਅੱਖਾਂ ਅੱਗੇ ਤਾਣਦੇ ਰਹੇ ਨੇ, ਜਿਹੋ ਜਿਹੇ ਝੂਠ ਸੱਚ ਉਹ ਦਿਖਾਉਂਦੇ ਰਹੇ ਨੇ, ਉਹ ਮੰਨਦੇ ਰਹੇ ਨੇ. ਦੇਖੋ ਜਿਹੜੀ ਦੇਸ਼ ਦੀ, ਤੁਹਾਡੀ ਗੱਲ ਕੱਟ ਕੇ ਕਹਿਣਾ, ਦੇਸ਼ ਦੀ ਆਜ਼ਾਦੀ ਉਸ ਵੇਲੇ ਆਈ, ਇਹ ਲੋਕ ਤਾਂ ਪਹਿਲਾਂ ਵੀ ਅੰਗਰੇਜ਼ਾਂ ਵੇਲੇ ਵੀ ਆਨੰਦ ਮਾਣਦੇ ਸੀ. ਜਿਹੜੇ ਰਾਜੇ ਔਰ ਫਿਊਡਲ ਸੀ ਇਹ ਅੰਗਰੇਜ਼ਾਂ ਦੇ ਪਿੱਠੂ ਸੀ, ਉਦੋਂ ਵੀ ਆਨੰਦ ਮਾਣਦੇ ਸੀ. ਇਹ ਲੋਕਾਂ ਤੇ, ਆਮ ਲੋਕਾਂ ਤੇ ਰਾਜ ਕਰਦਾ ਸੀ ਅੰਗਰੇਜ਼, ਆਮ ਲੋਕ ਗੁਲਾਮ ਸੀ, ਇਹ ਕੋਈ ਗੁਲਾਮ ਨਹੀਂ ਸੀ. ਲੇਕਿਨ ਇਹ ਹੁਣ ਹਨੇਰ ਸਾਈਂ ਦਾ ਕਿ 70 ਸਾਲ ਬਾਅਦ ਅਸੀਂ ਮੁੜ ਕੇ ਉਹਨਾਂ ਹੀ ਰਜਵਾੜਿਆਂ ਤੇ ਫਿਊਡਲਸ ਦੇ ਗੁਲਾਮ ਹੋ ਗਏ. ਸਾਰੀ ਪੋਲਿਟੀ ਉਹ ਉਧਾਲ ਕੇ ਲੈ ਗਏ ਤੇ ਆਮ ਲੋਕਾਂ ਦੇ ਹੱਥਾਂ ਵਿੱਚੋਂ ਸਾਰੀ ਗੱਲ ਨਿਕਲ ਗਈ. ਇਹ ਸਾਰੀਆਂ ਚੀਜ਼ਾਂ ਬੜੀ ਬਾਰੀਕੀ ਨਾਲ ਲੋਕਾਂ ਨੂੰ ਵਿਚਾਰਨ ਵਾਲੀਆਂ. ਜੀ ਵੀਰ ਦਵਿੰਦਰ ਸਿੰਘ ਜੀ, ਤੁਸੀਂ ਅੱਜ ਮਤਲਬ ਬਿਲਕੁਲ ਸਪਸ਼ਟ ਬੇਬਾਕ ਹੋ ਕੇ ਸਾਰਾ ਕੁਛ ਆਖਿਆ ਤੇ ਲੋਕਾਂ ਨੂੰ ਵੀ ਕਿਹਾ ਕਿ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਨੇ. ਜਿਸ ਤਰ੍ਹਾਂ ਜਾਰਜ ਔਰਵੈਲ ਨੇ ਵੀ ਕਿਹਾ ਕਿ ਜਦੋਂ ਤੁਸੀਂ ਮਾੜਾ ਬੰਦਾ ਚੁਣਦੇ ਹੋ ਤਾਂ ਇਕੱਲੇ ਉਹ ਹੀ ਮਾੜਾ ਨਹੀਂ ਹੈ, ਸਗੋਂ ਤੁਸੀਂ ਖੁਦ ਵੀ ਮਾੜੇ ਸਾਬਤ ਹੋ ਰਹੇ ਹੋ. ਤੇ ਅੱਜ ਉਹਦੀਆਂ ਕਿਤਾਬਾਂ ਬਹੁਤ ਸਾਰਥਕ ਨੇ. ਜਿਸ ਤਰ੍ਹਾਂ ਹੁਣ ਵੀਰ ਦਵਿੰਦਰ ਸਿੰਘ ਹੋਰਾਂ ਨੇ ਆਖਿਆ, ਜੋ ਗੱਲਾਂ ਦਾ ਖੁਲਾਸਾ ਕੀਤਾ ਹੈ. ਵੀਰ ਦਵਿੰਦਰ ਸਿੰਘ ਜੀ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ. ਗੱਲਬਾਤ ਅੱਗੇ ਤੋਂ ਵੀ ਤੁਹਾਡੇ ਨਾਲ ਸਿਲਸਿਲਾ ਜਾਰੀ ਰੱਖਾਂਗੇ. ਅੱਜ ਲਈ ਬਹੁਤ ਸ਼ੁਕਰੀਆ ਜੀ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ. ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ. ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ. ਸਤਿ ਸ਼੍ਰੀ ਅਕਾਲ।